ਜਗ ਪੰਜਾਬੀ ਟੀਵੀ ਵੇਖਣ ਵਾਲੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਸਤਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਮੈਂ ਇੱਕ ਵਿਸ਼ੇਸ਼ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਹਾਜ਼ਰ ਹਾਂ ਜੀ, ਅਤੇ ਮੇਰੇ ਨਾਲ ਸ਼ਾਮਲ ਨੇ ਇਰਫਾਨ ਸਬੀਰ ਜੀ, ਜਿਹੜੇ ਕਿ ਕੈਲਗਰੀ ਮਕੌਲ ਤੋਂ MLA ਨੇ। ਪਹਿਲਾਂ NTP ਗੌਰਮੈਂਟ ਦੇ ਵਿੱਚ ਮਿਨਿਸਟਰ ਵੀ ਰਹੇ ਨੇ। ਕਾਫੀ ਵਧੀਆ ਇਹਨਾਂ ਦੀ ਕਾਰਗੁਜ਼ਾਰੀ ਰਹੀ ਹੈ ਕਮਿਊਨਿਟੀ ਦੇ ਵਿੱਚ, ਗੌਰਮੈਂਟ ਦੇ ਵਿੱਚ ਵੀ, ਆਪਣੀ ਪਾਰਟੀ ਦੇ ਵਿੱਚ ਵੀ ਇਹ ਅੱਛਾ ਸਥਾਨ ਰੱਖਦੇ ਨੇ, ਅੱਛੀ ਇਹਨਾਂ ਦਾ ਸਤਿਕਾਰ ਹੈਗਾ। ਅੱਜ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਕਿਉਂਕਿ ਨਵੀਂ ਸਰਕਾਰ UCP ਦੀ ਨੂੰ ਬਣਿਆ ਵੀ ਜਿਹੜਾ 1 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ, ਕੁਛ ਕਰੋਨਾ ਕਰਕੇ ਵੀ ਆਪਾਂ ਇਹਨਾਂ ਗੱਲਾਂ ਉੱਤੇ ਡਿਸਕਸ ਨਹੀਂ ਕੀਤਾ, ਪਰ ਹੁਣ ਜਿਵੇਂ ਦੁਬਾਰਾ ਇਕਨੋਮੀ ਖੁੱਲ ਰਹੀ ਹੈ ਅਤੇ ਬਾਕੀ ਜਿਹੜੇ ਮੁੱਦੇ ਸੀ ਕਰੋਨਾ ਤੋਂ ਇਲਾਵਾ, ਉਹਨਾਂ ਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਵੀ ਇੱਕ ਜ਼ਰੂਰਤ ਹੈਗੀ ਹੈ ਕਮਿਊਨਿਟੀ ਦੇ ਵਿੱਚ। ਇਹਨਾਂ ਚੀਜ਼ਾਂ ਦੇ, ਇਹਨਾਂ ਮੁੱਦਿਆਂ ਦੇ ਉੱਤੇ ਵੀ ਜਿਹੜੀ ਹੈ ਵਿਚਾਰ ਵਟਾਂਦਰਾ ਹੋਣਾ ਚਾਹੀਦਾ। ਅਤੇ ਸਵਾਗਤ ਕਰਦੇ ਹਾਂ ਇਰਫਾਨ ਸਬੀਰ ਜੀ ਦਾ। ਇਰਫਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿੰਦਰ ਭਾਈ ਜੀ, ਤੁਹਾਡਾ ਜਗ ਪੰਜਾਬੀ TV ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਅਤੇ ਜਿਵੇਂ ਮੈਂ ਪਹਿਲਾਂ ਹੀ ਸ਼ੁਰੂਆਤ 'ਚ ਹੀ ਦੱਸਿਆ ਹੈਗਾ ਕਿ 1 ਸਾਲ ਤੋਂ ਜ਼ਿਆਦਾ ਹੋ ਗਿਆ ਹੈ ਨਾ, ਅਤੇ ਨਵੀਂ ਸਰਕਾਰ ਬਣੀ ਨੂੰ, UCP ਗੌਰਮੈਂਟ ਦੇ ਬਣੇ ਨੂੰ, ਕਿਸ ਤਰ੍ਹਾਂ ਤੁਸੀਂ ਓਵਰਆਲ ਵੇਖਦੇ ਹੈਗੇ ਕਿ ਕਿਸ ਤਰ੍ਹਾਂ ਦੀ UCP ਗੌਰਮੈਂਟ ਦੀ ਜਿਹੜੀ ਹੈ ਪਰਫੋਰਮੈਂਸ ਰਹੀ ਹੈਗੀ ਹੈ? ਗਵਰਨਮੈਂਟਸ ਜਦੋਂ ਵੀ ਸਤਿੰਦਰ ਭਾਈ ਜੀ ਬਣਦੀਆਂ ਨੇ, ਉਹ ਇਲੈਕਸ਼ਨ ਦੇ ਵਿੱਚ ਇੱਕ ਪ੍ਰੋਸੈਸ ਦੇ ਵਿੱਚ ਬਣਦੀਆਂ ਨੇ, ਔਰ ਉਸ ਇਲੈਕਸ਼ਨ ਦੇ ਵਿੱਚ ਉਹ ਆਪਣਾ ਪਲੇਟਫਾਰਮ ਲੈ ਕੇ ਆਉਂਦੀਆਂ ਨੇ ਜੀ, ਕਿ ਇਹ ਉਹਨਾਂ ਦਾ ਪਲੇਟਫਾਰਮ ਹੈ ਜਿਹਦੇ 'ਤੇ ਉਹਨਾਂ ਨੇ ਡਿਲੀਵਰ ਕਰਨਾ ਜੀ 4 ਸਾਲਾਂ ਦੇ ਵਿੱਚ ਆਪਣੇ ਮੈਂਡੇਟ ਦੇ ਦੌਰਾਨ ਦੇ ਵਿੱਚ। ਅਤੇ UCP ਸਰਕਾਰ ਦਾ ਜਿਹੜਾ ਪਲੇਟਫਾਰਮ ਸੀ, ਉਹਦੇ ਜਿਹੜੀ ਕੀ ਹਾਈਲਾਈਟਸ ਸਨ ਉਹ ਇਹ ਸਨ ਕਿ ਜੌਬਸ, ਇਕਾਨਮੀ ਅਤੇ ਪਾਈਪਲਾਈਨ। ਜੀ, ਠੀਕ ਹੈ। ਅਗਰ ਅਸੀਂ ਜੌਬਸ ਨੂੰ ਲੈ ਕੇ ਗੱਲ ਕਰੀਏ ਤਾਂ ਕੋਵਿਡ ਤੋਂ ਪਹਿਲੇ ਤੱਕ 50,000 ਤੋਂ ਜ਼ਿਆਦਾ ਜੌਬ ਲਾਸ ਹੋ ਚੁੱਕੀ ਸੀ, ਫੁੱਲ ਟਾਈਮ ਜੌਬ ਇਹਨਾਂ ਦੀ ਆਵਾਜ਼ 'ਚ ਐਡ ਹੋਣ ਦੀ ਬਜਾਏ ਤੁਹਾਡਾ ਮਤਲਬ ਕਿ 50,000 ਖਤਮ ਲਾਸ ਹੋ ਗਈ ਸੀ, ਖਤਮ ਹੋ ਗਈ ਸੀ। ਔਰ ਜੌਬ ਕ੍ਰੀਏਟ ਕਰਨ ਦੇ ਲਈ ਇਹਨਾਂ ਨੇ ਜਿਹੜਾ ਪਲਾਨ ਦਿੱਤਾ ਉਹ ਇਹ ਦਿੱਤਾ ਕਿ ਅਸੀਂ ਜਿਹੜਾ ਵੈਲਥੀਐਸਟ ਇੱਥੇ ਜਿਹੜੇ ਕਾਰਪੋਰੇਸ਼ਨਸ ਨੇ ਉਹਨਾਂ ਦਾ ਅਸੀਂ ਟੈਕਸ ਘਟਾ ਦੇਣਾ ਜੀ। ਉਹ ਇਹਨਾਂ ਨੇ 12% ਤੋਂ ਘਟਾ ਕੇ 8% ਦਾ ਪਲੇਟਫਾਰਮ ਦੇ ਵਿੱਚ ਇਹਨਾਂ ਨੇ ਕਿਹਾ ਸੀ, ਮੈਂਸ਼ਨ ਕੀਤਾ ਹੋਇਆ। ਅਤੇ ਉਸ ਬ੍ਰੇਕ ਦੀ ਵਜ੍ਹਾ ਤੋਂ, ਉਸ ਟੈਕਸ ਬ੍ਰੇਕ ਦੀ ਵਜ੍ਹਾ ਤੋਂ ਜਿਹੜੀਆਂ ਕਾਰਪੋਰੇਸ਼ਨਸ ਨੇ ਉਹਨਾਂ ਨੂੰ $4.7 ਬਿਲੀਅਨ ਟੈਕਸ ਦੇ ਵਿੱਚ ਰਿਬੇਟ ਦੇ ਦਿੱਤੀ, ਇੱਕ ਤਰ੍ਹਾਂ ਉਹ ਦੇ ਦਿੱਤੀ। ਲੇਕਿਨ ਉਸ ਦਾ ਇੰਪੈਕਟ ਇਹ ਹੋਇਆ ਕਿ ਜੌਬਸ ਉਹ ਕ੍ਰੀਏਟ ਨਹੀਂ ਹੋਈਆਂ। 50,000 ਜੌਬ ਉਹ ਲਾਸ ਹੋਈ ਹੈ। ਕੈਲਗਰੀ ਦੀ ਗੱਲ ਕਰੀਏ ਅਤੇ ਜਿਨ੍ਹਾਂ ਕੰਪਨੀਜ਼ ਨੇ ਉਸ ਰਿਬੇਟ ਦੇ ਵਿੱਚੋਂ, ਉਸ ਕਾਰਪੋਰੇਟ ਹੈਂਡ ਆਊਟ ਦੇ ਵਿੱਚੋਂ ਫਾਇਦਾ ਵੀ ਚੱਕਿਆ, ਉਹਨਾਂ ਨੇ ਵੀ ਫਿਰ ਲੇਆਫਸ ਵੀ ਕੀਤੀਆਂ ਨੇ। ਹਸਕੀ ਨੇ ਲੇਆਫ ਕੀਤੀਆਂ, ਫਿਰ ਐਨਕੈਨਾ ਸੀ, ਉਹ ਤੇ ਆਪਣਾ ਸਾਰਾ ਕੁਝ ਇੱਥੋਂ ਸਮੇਟ ਕੇ US ਮੂਵ ਹੋ ਗਈ ਜੀ। ਅਤੇ ਜੌਬਸ ਦੇ ਫਰੰਟ ਤੇ ਗਵਰਨਮੈਂਟ ਮੁਕੰਮਲ ਤੌਰ 'ਤੇ ਫੇਲ ਹੋਈ ਹੈ। ਜੇ ਆਪਾਂ ਫਿਲਹਾਲ ਇਸੇ ਮੁੱਦੇ 'ਤੇ ਗੱਲ ਕਰੀਏ ਕਿ ਜਿਵੇਂ ਆਪਾਂ ਦੇਖਿਆ ਕਿ ਜੌਬ ਕ੍ਰੀਏਟ ਕਰਨ ਦੀ ਬਜਾਏ 50,000 ਜੌਬ ਲੂਜ਼ ਹੋ ਗਏ, ਹਾਲਾਂਕਿ ਇਨਕਰੇਜ ਵੀ ਕੀਤਾ ਕੰਪਨੀਆਂ ਨੂੰ ਰਿਬੇਟ, ਟੈਕਸ ਰਿਬੇਟ ਦੇ ਕੇ, ਫਿਰ ਵੀ ਕੀ ਕਾਰਨ ਲੱਗਦਾ ਹੈਗਾ ਕਿ ਤੁਹਾਨੂੰ ਵੀ ਉਹ ਫਿਰ ਵੀ ਜਿਹੜੇ ਵੀ ਜੌਬ ਫਿਰ ਵੀ ਉਹਨਾਂ ਲੇ ਆਫ ਕੀਤਾ ਬਜਾਏ ਕਿ ਜੌਬ ਕ੍ਰੀਏਟ ਕਰਨ ਦੇ? ਕਾਰਨ ਇਹਦਾ ਇਹ ਕਿ ਸਾਡੀ ਇਕਾਨਮੀ ਰਿਲਾਇੰਟ ਹੈ ਬਹੁਤ ਜ਼ਿਆਦਾ ਆਇਲ ਐਂਡ ਗੈਸ 'ਤੇ ਜੀ। ਇੱਕ ਤਾਂ ਆਇਲ ਐਂਡ ਗੈਸ ਦੀ ਪ੍ਰਾਈਸਿਸ ਉਹ ਥੱਲੇ ਆਈਆਂ ਨੇ, ਦੂਜੀ ਉਹਦੇ ਵਿੱਚ ਇਹ ਵੇ ਕਿ ਸਾਡੇ ਕੋਲ ਟੇਕ ਅਵੇ ਕਪੈਸਿਟੀ ਨਹੀਂ ਹੈ। ਅਸੀਂ ਅਗਰ ਆਇਲ ਪੈਦਾ ਵੀ ਕਰ ਲਈਏ, ਆਇਲ ਅਸੀਂ ਪ੍ਰੋਡਿਊਸ ਵੀ ਕਰ ਲਈਏ ਜੀ, ਅਤੇ ਉਹਨੂੰ ਟਰਾਂਸਪੋਰਟ ਕਰਨ ਦੇ ਲਈ ਮਾਰਕੀਟ ਤੱਕ ਸਾਡੇ ਕੋਲ ਪਾਈਪਲਾਈਨ ਦੀ ਕਪੈਸਿਟੀ ਨਹੀਂ ਹੈ, ਸਾਡੇ ਕੋਲ ਮਾਰਕੀਟਸ ਨਹੀਂ ਹੈ ਸਿਵਾਏ US ਤੋਂ, ਹੋਰ ਮਾਰਕੀਟ ਕੋਈ ਨਹੀਂ ਹੈ, ਡੋਮੈਸਟਿਕ ਕੰਜ਼ੰਪਸ਼ਨ ਇਤਨੀ ਨਹੀਂ ਹੈ ਜੀ। ਠੀਕ ਹੈ, ਇਹ 2 ਮੇਜਰ ਇਸ਼ੂਜ਼ ਨੇ। ਪਰ ਇੱਥੇ ਇੱਕ ਹੋਰ ਮੈਂ ਸਵਾਲ ਥੋੜ੍ਹਾ ਜਿਹਾ, ਕਿਉਂਕਿ ਦਰਸ਼ਕ ਜਿਹੜੇ ਹੈਗੇ ਨਾ, ਵੀ ਜਦੋਂ ਆਪਾਂ ਕੋਈ ਵੀ ਗੱਲ ਕਰਦੇ, ਮੈਂ ਕਰਦਾ ਜਾਂ ਤੁਸੀਂ ਕਰਦੇ ਆ, ਅਤੇ ਉਹਨਾਂ ਦੇ ਮਨ 'ਚ ਅਗਲਾ ਸਵਾਲ ਵੀ ਘੁੰਮਣਾ ਪੈਂਦਾ। ਜਿਵੇਂ ਅਸੀਂ ਇਹ ਸੋਚਦੇ ਹੈਗੇ ਹਾਂ ਕਿ ਇਹਨਾਂ ਨੇ ਰਿਬੇਟ ਵੀ ਦੇ ਦਿੱਤੀ ਇੰਨੇ ਜ਼ਿਆਦਾ ਟੈਕਸ ਦੀ, ਹੈ ਨਾ, 4.5 ਬਿਲੀਅਨ ਦੇ ਤੁਸੀਂ ਦੇ ਦਿੱਤੀ, ਹੈ ਨਾ। 1 ਬਿਲੀਅਨ ਜਿਹੜਾ ਹੈਗਾ 1000 ਮਿਲੀਅਨ ਦੇ ਬਰਾਬਰ ਹੁੰਦਾ ਹੈਗਾ। ਥੋੜ੍ਹਾ ਜਿਹਾ ਮੈਂ ਪਤਾ ਲੱਗ ਜਾਵੇ ਕਿੱਡੀ ਵੱਡੀ ਅਮਾਊਂਟ ਹੁੰਦੀ ਹੈ ਨਾ, ਉਹ ਵੀ ਦੇ ਦਿੱਤੀ ਹੈਗੀ। ਫਿਰ ਵੀ 50,000 ਲੂਜ਼ ਹੋਈਆਂ, ਹੈ ਨਾ, ਵੀ ਲਾਸ ਹੋਇਆ ਜੌਬਸ ਦਾ ਲੋ। ਪਰ ਜੇ ਮੰਨ ਲਓ ਵੀ ਇਹ ਨਾ ਦਿੱਤੀ ਹੁੰਦੀ ਰਿਬੇਟ, ਹੋ ਸਕਦਾ ਕਿ 5 ਲੱਖ ਹੁੰਦੇ ਅਤੇ ਉਹਨੂੰ ਆਪਾਂ ਕਹਿ ਲਈਏ ਕਿ 5 ਲੱਖ ਲਾਸ ਹੋਣ ਤੋਂ ਬਚਾ ਲਿਆ ਅਤੇ 50,000 ਤੱਕ ਹੀ ਰੁਕ ਗਿਆ ਕੰਮ। ਇਸ ਤਰ੍ਹਾਂ ਨੂੰ ਪੋਜ਼ੀਟਿਵ ਵੀ ਲੈ ਸਕਦੇ UCP ਵਾਲੇ? ਇਹ ਤਾਂ ਚਲੋ ਹੁਣ ਸਪੈਕੂਲੇਸ਼ਨ ਹੈ ਕਿ ਅਗਰ ਉਹ ਇਹ ਨਾ ਕਰਦੇ ਤਾਂ ਕੀ ਹੁੰਦਾ।
ਜੀ ਜਾਬਸ ਦਾ ਤਾਂ ਚਲੋ ਮੈਨੂੰ ਨਹੀਂ ਪਤਾ ਕਿ ਅਗਰ ਉਹ ਇੰਨਾ ਦਿੰਦੇ ਤੇ ਜਾਬਸ ਤੇ ਇਹਦਾ ਕੀ ਇੰਪੈਕਟ ਪੈਣਾ ਸੀ ਜੀ ਲੇਕਿਨ ਇੱਕ ਚੀਜ਼ ਦਾ ਮੈਨੂੰ ਪਤਾ ਹੂੰ ਕਿ ਅਗਰ ਇਹ $4.7 ਬਿਲੀਅਨ ਇਹ ਵੈਲਥੀਐਸਟ ਕਾਰਪੋਰੇਸ਼ਨਸ ਨੂੰ ਨਾ ਦਿੰਦੇ ਹੂੰ ਇਹਨਾਂ ਨੂੰ ਹੈਲਥ ਕੇਅਰ ਵਿੱਚੋਂ ਜੀ ਐਜੂਕੇਸ਼ਨ ਵਿੱਚੋਂ ਹੂੰ ਸੋਸ਼ਲ ਸਰਵਿਸਿਜ਼ ਦੇ ਵਿੱਚੋਂ ਉਹਨਾਂ ਨੂੰ ਕੱਟ ਲਾਉਣ ਦੀ ਜ਼ਰੂਰਤ ਨਹੀਂ ਸੀ। ਜੀ 20,000 ਟੀਚਰ ਇਹਨਾਂ ਨੇ ਫਾਇਰ ਕੀਤਾ ਹੂੰ ਇੱਕ ਟਵੀਟ ਮਾਰ ਕੇ ਹੂੰ ਕਿ ਜੀ ਇਹ ਜਿਹੜੇ ਇਹ ਟੀਚਰ ਐਜੂਕੇਸ਼ਨ ਅਸਿਸਟੈਂਟ ਇਹ ਜਿਹੜੇ ਸਨ ਸਾਰੇ ਉਹ ਕੋਵਿਡ ਡਿਊਰਿੰਗ ਡਿਊਰਿੰਗ ਕੋਵਿਡ ਕੋਵਿਡ 20,000 ਪਲੱਸ ਟੀਚਰ ਇਹਨਾਂ ਨੇ ਉਹਦੇ 'ਚੋਂ ਫਾਇਰ ਕੀਤਾ। ਐਜੂਕੇਸ਼ਨ ਦੇ ਬਜਟ ਵਿੱਚ ਉਹਨਾਂ ਨੇ $128 ਮਿਲੀਅਨ ਇਨ ਈਅਰ ਕੱਟ ਲਾਇਆ ਹੈ। ਹੂੰ ਸਾਲ ਦੇ ਅੰਦਰ ਜਿਹੜਾ ਬਜਟ ਦੇ ਵਿੱਚ ਕੱਟ ਲਾਇਆ ਨੇ ਠੀਕ ਹੈ ਤੇ ਇਹ ਕੱਟ ਕਮ ਅਜ਼ ਕਮ ਅਵੋਇਡ ਕੀਤੇ ਜਾ ਸਕਨੇ ਸਨ ਔਰ ਕੋਵਿਡ ਦੇ ਦੌਰਾਨ ਇਸ ਗਵਰਨਮੈਂਟ ਕੋਲੋਂ ਜਿਹੜਾ ਰਿਸਪੌਂਸ ਸੀ ਉਹਦੇ ਲਈ ਇਸ ਗਵਰਨਮੈਂਟ ਦੇ ਕੋਲ ਕਮ ਅਜ਼ ਕਮ 4 ਪੈਸੇ ਦੇ ਹੁੰਦੇ ਬਜਾਏ ਇਸ ਤੇ ਕਿ ਸਿਰਫ ਬਹਿ ਕੇ ਫੈਡਰਲ ਗਵਰਨਮੈਂਟ ਦੀ ਏਡ ਦਰ ਦੇਖਦੇ ਰਹਨ ਕਿ ਇੰਡੀਵਿਜੂਅਲ ਨੂੰ ਹੈਲਪ ਕਰਨੀ ਉਹ ਫੈਡਰਲ ਗਵਰਨਮੈਂਟ ਨੇ ਕਰਨੀ ਬਿਜ਼ਨੈਸਿਸ ਨੂੰ ਹੈਲਪ ਕਰਨੀ ਉਹ ਫੈਡਰਲ ਗਵਰਨਮੈਂਟ ਨੇ ਕਰਨੀ ਇਹ ਤੇ ਟੋਟਲ ਹੱਥ ਧਰ ਕੇ ਬੈਠੇ ਰਹੇ ਕਿ ਫੈਡਰਲ ਗਵਰਨਮੈਂਟ ਕਰੇ ਕਿ ਜੇ ਆਗੇ ਪੈਸੇ ਤੇ ਆਪਾਂ ਅੱਗੇ ਵੰਡ ਦਿਆਂਗੇ ਜਾਂ ਕੁਝ ਹੋਰ ਕਰ ਲਾਂ। ਇਹ ਵੀ ਗੱਲ ਤੁਹਾਡੀ ਸਮਝਣ ਵਾਲੀ ਹੈਗੀ ਕਿ ਜੇ ਮਤਲਬ 4.5 ਬਿਲੀਅਨ ਨਾ ਉਹਨਾਂ ਨੂੰ ਮਤਲਬ ਰਿਬੇਟ ਦਿੱਤੀ ਹੁੰਦੀ ਤਾਂ ਉਹ ਪੈਸਾ ਕਾਫੀ ਹੋ ਜਾਣਾ ਸੀ ਜਿਹੜੇ ਕਿ ਹੋਰ ਜਿਹੜੇ ਅਦਾਰੇ ਸੀ ਹੈਲਥ ਵਾਲੇ ਜਾਂ ਐਜੂਕੇਸ਼ਨ ਵਾਲੇ ਕਿ ਭਾਵੇਂ ਹੁਣ ਕੋਵਿਡ-19 ਕਰਕੇ ਲੇ ਆਫ ਕਰਨੇ ਪਏ ਆ ਤੇ ਜੇ ਪੈਸੇ ਹੁੰਦੇ ਤਾਂ ਹੋ ਸਕਦਾ ਆਪਾਂ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਸਾਂ ਜੀ ਇਕਨੋਮੀ ਨੂੰ ਡਿਵਰਸਿਫਾਈ ਕਰਨ ਦੇ ਲਈ ਜਿਹੜੇ ਇਨੀਸ਼ੀਏਟਿਵ ਸਨ ਉਹਨਾਂ ਨੂੰ ਫੰਡ ਕਰ ਸਕਦੇ ਸਾਂ ਜੀ ਠੀਕ ਹੈ ਤੇ ਕੋਵਿਡ ਦੇ ਦੌਰਾਨ 50,000 ਜਾਬ ਤੇ ਕੋਵਿਡ ਤੋਂ ਪਹਿਲੇ ਦੀ ਗੱਲ ਹੈ ਜੀ ਜੀ ਕੋਵਿਡ ਦੇ ਦੌਰਾਨ ਆਲਮੋਸਟ 500,000 ਅਲਬਰਟਨ 5 ਲੱਖ ਅਲਬਰਟਨ ਜਾਂ ਅਨਐਮਪਲੋਇਡ ਨੇ ਜਾਂ ਅੰਡਰ ਐਮਪਲੋਇਡ ਨੇ ਕਿਸੇ ਦੇ ਆਵਰਸ ਘਟ ਗਏ ਜੀ ਜੀ ਕਿਸੇ ਦੀ ਜਾਬ ਹੀ ਚਲੀ ਗਈ ਤੇ ਹੁਣ ਵੀ ਜ਼ਰੂਰਤ ਹੈ ਇਸ ਚੀਜ਼ ਦੀ ਕਿ ਗਵਰਨਮੈਂਟ ਜਦੋਂ ਰੀਓਪਨਿੰਗ ਦਰ ਜਾ ਰਹੀ ਹੈ ਜੀ ਤੇ ਉਹ ਬਿਜ਼ਨੈਸਿਸ ਨੂੰ ਸਪੋਰਟ ਕਰੇ ਉਹ ਇੰਡੀਵਿਜੂਅਲਸ ਨੂੰ ਸਪੋਰਟ ਕਰੇ ਜੀ ਸਟੂਡੈਂਟਸ ਨੂੰ ਸਪੋਰਟ ਕਰੇ ਤਾਂ ਕਿ ਇਕਨੋਮੀ ਦਾ ਸਾਈਕਲ ਦੁਬਾਰਾ ਰਿਵਾਈਵ ਹੋ ਸਕੇ ਜੀ। ਇਸ ਕੋਵਿਡ ਤੋਂ ਬਾਅਦ ਵਾਲੀ ਮਾਰਚ ਤੋਂ ਬਾਅਦ ਵਾਲੀ ਵੀ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਕਿਉਂਕਿ ਮੈਂ ਚਾਹੁੰਦਾ ਸੀ ਕਿ ਜਿਹੜਾ ਪਿਛਲੇ ਲੇਖਾ ਜੋਖਾ ਉਹ ਨਾ ਕਿਤੇ ਰਹਿ ਜੇ ਹੈ ਨਾ ਤੇ ਇਸ ਕਰਕੇ ਆਪਾਂ ਮਾਰਚ ਤੋਂ ਪਹਿਲਾਂ ਫੋਕਸ ਕਰਦੇ ਹੈਗੇ ਵੀ ਉੱਥੇ ਕੀ ਗਲਤੀਆਂ ਰਹੀਆਂ ਹਨ ਯੂਸੀਪੀ ਨੇ। ਇੱਕ ਤੁਸੀਂ ਜਿਹੜਾ ਪਲੇਟਫਾਰਮ ਜਿਹਨਾਂ ਦੀ ਗੱਲ ਕਰ ਰਹੇ ਸੀ ਕਿ ਜਿਵੇਂ ਇਹਨਾਂ ਦਾ ਸੀ ਕਿ ਆਪਾਂ ਜੌਬਸ ਕ੍ਰੀਏਟ ਕਰਨੀਆਂ ਹੈ ਕਿ ਉੱਥੇ ਫੇਲ ਹੋਏ ਤੁਸੀਂ ਮੰਨਦੇ ਹੈਗੇ ਹੋਰ ਕਿਹੜੇ ਜਿਹੜੇ ਹਨ ਦੂਸਰਾ ਇਹਨਾਂ ਦਾ ਸੀ ਇਕਨੋਮੀ ਦਾ ਜੀ ਇਕਨੋਮੀ ਦੇ ਵਿੱਚ ਇਹਨਾਂ ਨੇ ਫੋਕਸ ਜ਼ਾਹਿਰ ਇੱਕ ਹੀ ਉਹ ਆਇਲ ਐਂਡ ਗੈਸ ਇੰਡਸਟਰੀ ਤੇ ਜੀ ਜੀ ਉਹ ਰੱਖਿਆ ਜਿਹੜੇ ਡਿਵਰਸਿਫਿਕੇਸ਼ਨ ਦੇ ਕੋਈ ਪ੍ਰੋਗਰਾਮ ਸਨ ਜਿੱਥੇ ਇੱਥੇ ਅਪਗ੍ਰੇਡਿੰਗ ਦੇ ਕੋਈ ਪ੍ਰੋਗਰਾਮ ਸਨ ਉਹਨਾਂ ਤੋਂ ਇਹਨਾਂ ਦਾ ਫੋਕਸ ਹਟ ਗਿਆ। ਮਾੜਾ ਜਿਹਾ ਕਲੈਰੀਫਾਈ ਕਰੋਗੇ ਕਿ ਜਿਵੇਂ ਤੁਹਾਡੀ ਪਹਿਲਾਂ ਗਵਰਨਮੈਂਟ ਰਹੀ 4 ਸਾਲ ਹਨ ਉਦੋਂ ਵੀ ਡਿਵਰਸਿਫਿਕੇਸ਼ਨ ਦੀਆਂ ਕਾਫੀ ਗੱਲਾਂ ਹੁੰਦੀਆਂ ਰਹੀਆਂ ਵੀ ਆਪਾਂ ਨੂੰ ਆਇਲ ਐਂਡ ਗੈਸ ਦੇ ਨਿਰਭਰ ਨਹੀਂ ਰਹਿਣਾ ਹੈਗਾ ਕੁਛ ਆਲਟਰਨੇਟਿਵ ਵੀ ਸੋਚਣੇ ਪੈਣਾ ਹੈਗਾ ਕੁਛ ਇਹੋ ਜਿਹੀਆਂ ਇਨੀਸ਼ੀਏਟਿਵਸ ਜਿਹੜੇ ਐਨਡੀਪੀ ਨੇ ਲਏ ਸੀ ਤੇ ਇਹਨਾਂ ਨੇ ਜਿਹੜਾ ਉਹਨੂੰ ਮਤਲਬ ਇਗਨੋਰ ਕੀਤਾ ਹੋਇਆ। ਫਰਜ਼ ਕੀਤਾ ਐਨਡੀਪੀ ਨੇ ਬਿਜ਼ਨਸ ਟੈਕਸ ਕ੍ਰੈਡਿਟ ਲਿਆਂਦੇ ਸਨ ਨਵੇਂ ਬਿਜ਼ਨਸਿਸ ਦੇ ਲਈ ਇਮਰਜਿੰਗ ਬਿਜ਼ਨਸਿਸ ਦੇ ਲਈ ਇਹਨਾਂ ਨੇ ਉਹ ਦੋ ਜਿਹੜਾ ਜੌਬ ਕ੍ਰੀਏਟ ਕਰੇਗਾ ਉਹਨੂੰ ਮੇਰੇ ਕੋਲ ਸ਼ਾਇਦ ਕੋਈ ਹੈਲਪ ਦਾ ਜਿਹੜਾ ਇੱਥੇ ਨਈ ਇੰਡਸਟਰੀ ਲੈ ਕੇ ਆਏਗਾ ਨਈ ਇਨਵੈਸਟਮੈਂਟ ਕਰੇਗਾ ਉਹਨੂੰ ਇੱਕ ਟੈਕਸ ਕ੍ਰੈਡਿਟ ਸੀ ਟੈਕਸ ਬ੍ਰੇਕ ਸੀ ਜੀ ਜੀ ਉਹ ਇਹਨਾਂ ਨੇ ਖਤਮ ਕਰ ਦਿੱਤਾ। ਅੱਛਾ ਔਰ ਅਲਬਰਟਾ ਵਾਇਦ ਪ੍ਰੋਵਿੰਸ ਹੈ ਜਿਹਦੇ ਵਿੱਚ ਬਿਜ਼ਨਸ ਟੈਕਸ ਕ੍ਰੈਡਿਟ ਨਹੀਂ ਹੈ BC ਦੇ ਵਿੱਚ ਹੈ ontario ਦੇ ਵਿੱਚ ਹੈ। ਅੱਛਾ ਫਿਰ ਅਪਗ੍ਰੇਡਿੰਗ ਦਾ ਜਿਹੜੇ ਪ੍ਰੋਗਰਾਮ ਸਨ ਉਹਨਾਂ 'ਚ ਇਹਨਾਂ ਨੇ ਹਿੱਕ ਤੇ ਹਾਲੇ ਵੀ ਚੱਲ ਰਿਹਾ ਲੇਕਿਨ ਉਹ ਪ੍ਰੋਗਰਾਮ ਇਹਨਾਂ ਨੇ ਬੰਦ ਕਰ ਦਿੱਤੇ। ਰੀਨਿਊਏਬਲ ਦੀ ਜਿਹੜੀ ਇਨਵੈਸਟਮੈਂਟ ਆ ਰਹੀ ਸੀ ਕਿਉਂਕਿ ਇਹਨਾਂ ਦੀ ਪਾਲਿਸੀ ਚੇਂਜ ਹੋ ਗਈ ਹੁਣ ਇਹਨਾਂ ਦਾ ਫੋਕਸ ਰੀਨਿਊਏਬਲ ਨਹੀਂ ਹੈ ਉਹ ਬੰਦ ਹੋ ਗਏ। ਫਿਰ ਇਹਨਾਂ ਦੇ ਆਪਣੇ ਫਾਈਨੈਂਸ ਮਿਨਿਸਟਰ ਸਾਹਿਬ ਇਹ ਕਹਿ ਰਹੇ ਨੇ ਕਿ ਡਿਵਰਸਿਫਿਕੇਸ਼ਨ ਜਿਹੜੀ ਵੇ ਇਹ ਲੌਂਗ ਟਰਮ ਲਕਸ਼ਰੀ ਹੈ ਮਤਲਬ ਇਹਨਾਂ ਦੀ ਪ੍ਰਾਇੋਰਟੀ ਨਹੀਂ ਹੈ ਉਹ ਡਿਵਰਸਿਫਿਕੇਸ਼ਨ ਨੂੰ ਲੌਂਗ ਟਰਮ ਲਗਜ਼ਰੀ ਦੇਖ ਰਹੇ ਨੇ। ਜਿਹੜੇ ਡਿਵਰਸਿਫਿਕੇਸ਼ਨ ਤੋਂ ਡਰਦੇ ਹੈਗੇ ਨੇ ਜਾਂ ਮੈਂ ਵੀ ਕਈ ਵਾਰੀ ਗੱਲ ਪਤਾ ਸੁਣੀਆਂ ਹੈਗੀਆਂ ਜਾਂ ਡਿਸਕਸ਼ਨ ਵੀ ਹੋਇਆ ਯੂਸੀਪੀ ਵਾਲੇ ਨਾਲ ਤੇ ਉਹ ਇਸ ਕਰਕੇ ਡਰਦੇ ਨੇ ਕਿ ਜੇ ਅਸੀਂ ਡਿਵਰਸਿਫਿਕੇਸ਼ਨ ਦੀ ਆਪਾਂ ਗੱਲ ਕਰਨ ਲੱਗ ਪਈਏ ਤੇ ਆਇਲ ਐਂਡ ਗੈਸ ਤੋਂ ਸਾਡਾ ਜਿਹੜਾ ਹੈਗਾ ਵੀ ਫੋਕਸ ਹਟੇਗਾ ਜੇ ਉੱਥੋਂ ਆਇਲ ਐਂਡ ਗੈਸ ਤੋਂ ਫੋਕਸ ਹਟਦਾ ਤੇ ਸ਼ਾਇਦ ਅਲਬਰਟਾ ਦਾ ਹੋਰ ਵੀ ਨੁਕਸਾਨ ਹੋਏਗਾ ਇਸ ਤਰ੍ਹਾਂ ਦੀ ਉਹਨਾਂ ਦਾ ਡਰ ਹੈਗਾ ਮਨ ਇਸ ਕਰਕੇ ਲੌਂਗ ਟਰਮ ਨੂੰ ਗਿਣਦੇ ਹੈਗੇ। ਸਾਡਾ ਜਿਹੜਾ ਮੰਨਣਾ ਹੈ ਜਾਂ ਆਪੋਜੀਸ਼ਨ ਦਾ ਜਿਹੜਾ ਮੰਨਣਾ ਹੈ ਉਹ ਇਹ ਹੈ
ਕਿ ਅਲਬਰਟਾ ਨੂੰ ਇੱਕ ਇਕੋਨਮੀ ਚਾਹੀਦੀ ਕਿ ਜਿਹੜੀ ਆਇਲ ਐਂਡ ਗੈਸ ਪਲੱਸ ਸਮਥਿੰਗ ਜੀ ਆਇਲ ਐਂਡ ਗੈਸ ਇੰਪੋਰਟੈਂਟ ਰਹਿਣਾ ਹੀ ਰਹਿਣਾ ਲੇਕਿਨ ਉਹਦੇ ਨਾਲ ਕੋਈ ਚੀਜ਼ ਚਾਹੀਦੀ ਤਾਂ ਕਿ ਇਕੋਨਮੀ ਸਿਰਫ ਇੱਕ ਇੰਡਸਟਰੀ ਉਸ 'ਤੇ ਰਿਲਾਇੰਟ ਨਹੀਂ ਹੈ ਜੀ ਔਰ ਉਸ ਦੇ ਲਈ ਸਾਡੇ ਐਗਰੀਕਲਚਰ ਵਿੱਚ ਪੋਟੈਂਸ਼ੀਅਲ ਹੈ ਟੂਰਿਜ਼ਮ ਵਿੱਚ ਪੋਟੈਂਸ਼ੀਅਲ ਹੈ ਸਾਡੇ ਹੋਰ ਬਹੁਤ ਸਾਰੀ ਟੈਕਸ ਸੈਕਟਰ ਵਿੱਚ ਪੋਟੈਂਸ਼ੀਅਲ ਹੈ ਸਾਡੇ ਕੋਲ ਯੰਗੈਸਟ ਵਰਕ ਫੋਰਸ ਹੈ ਵੈਲ ਐਜੂਕੇਟਡ ਵਰਕ ਫੋਰਸ ਹੈ ਬਹੁਤ ਸਾਰੀ ਚੀਜ਼ਾਂ 'ਚ ਪੋਟੈਂਸ਼ੀਅਲ ਮੌਜੂਦ ਹੈ ਅਗਰ ਤੁਸੀਂ ਪ੍ਰੋਪਰਲੀ ਇਨਵੈਸਟ ਕਰੋ ਫੋਕਸ ਕਰੋ ਚੀਜ਼ਾਂ ਨੂੰ ਡਿਵਰਸੀਫਿਕੇਸ਼ਨ 'ਤੇ ਜੀ ਅਤੇ ਅਸੀਂ ਇਹ ਕਹਿ ਰਹੇ ਹਾਂ ਕਿ ਇਕੋਨਮੀ ਆਇਲ ਐਂਡ ਗੈਸ ਪਲੱਸ ਅਦਰ ਇੰਡਸਟਰੀ ਤੁਸੀਂ ਇਹ ਗੱਲ ਮੰਨਦੇ ਐਜ਼ ਐਨਡੀਪੀ ਮੇਬੀ ਐਜ਼ ਐਨਡੀਪੀ ਪਾਰਟੀ ਜਿਹੜੀ ਹੈਗੀ ਇਹ ਗੱਲ ਮੰਨਦੀ ਹੈਗੀ ਕਿ ਆਇਲ ਐਂਡ ਗੈਸ ਇੰਪੋਰਟੈਂਟ ਹੈਗੀ ਅੱਜ ਦੀ ਡੇਟ 'ਚ ਹੈ ਆਇਲ ਐਂਡ ਗੈਸ ਇੰਪੋਰਟੈਂਟ ਵੀ ਹੈ ਔਰ ਸਾਡੀ ਗਵਰਨਮੈਂਟ ਉਹ ਵਾਹਿਦ ਗਵਰਨਮੈਂਟ ਸੀ ਜਿਹਨੇ 60 ਸਾਲ ਤੋਂ ਬਾਅਦ ਕਿਸੇ ਪਾਈਪਲਾਈਨ ਨੂੰ ਉਹਦੇ 'ਤੇ ਕੰਮ ਕੀਤਾ ਜੀ ਔਰ ਇਹ ਜਿਹੜੀ ਕਿੰਡਰ ਮਾਰਗਨ ਜਿਹੜੀ ਟ੍ਰੇਨਿੰਗ ਹੋ ਰਹੀ ਹੈ ਇਸ ਦੀ ਵੈਸਟ ਕੋਸਟ ਵਾਲੇ ਪਾਸੇ ਜੀ ਇਹ ਸਾਡੀ ਗਵਰਨਮੈਂਟ ਇਸ 'ਤੇ ਕੰਮ ਕੀਤਾ ਜੀ ਠੀਕ ਹੈ ਉਸ ਤੋਂ ਪਹਿਲੇ 10 ਸਾਲ ਕੰਜ਼ਰਵੇਟਿਵ ਲਗਾਤਾਰ ਰਹੇ ਨੇ ਬਸ਼ਮੋਲ ਪ੍ਰੀਮੀਅਰ ਕੈਨੀ ਸਾਹਿਬ ਦੇ ਆਟਵਾ ਦੇ ਵਿੱਚ 44 ਈਅਰ ਇੱਥੇ ਪ੍ਰੋਵਿੰਸ ਦੇ ਵਿੱਚ ਹੁਕੂਮਤ ਰਹੀ ਹੈ ਪੀਸੀ ਦੀ ਇਹਨਾਂ ਨੇ ਪਾਈਪਲਾਈਨ ਕੋਈ ਚੀਜ਼ ਈਵਨ ਆਇਲ ਇੰਡਸਟਰੀ ਦੇ ਲਈ ਕਦੇ ਵੀ ਕੁਝ ਨਹੀਂ ਕੀਤਾ ਇਹਨਾਂ ਦੀ ਪਾਲਿਸੀ ਤਾਂ ਸਿਰਫ ਇਹ ਰਹੀ ਕਿ ਬਸ ਦੁਆ ਕਰੀ ਜਾਓ ਕਿ ਆਇਲ ਦੀ ਪ੍ਰਾਈਸ 100 ਤੋਂ ਥੱਲੇ ਨਾ ਆਵੇ ਇਸ ਤੋਂ ਇਲਾਵਾ ਇਹਨਾਂ ਦੀ ਕੋਈ ਇਕਨੋਮਿਕ ਪਾਲਿਸੀ ਕੋਈ ਪਲੈਨਿੰਗ ਕੋਈ ਚੀਜ਼ ਨਹੀਂ ਇੱਕ ਮੈਂ ਇੱਥੇ ਥੋੜ੍ਹਾ ਜਿਹਾ ਨੁਕਤਾ ਇੱਥੇ ਸਪਸ਼ਟ ਕਰਨ ਜਿਵੇਂ ਐਨਡੀਪੀ ਇੱਥੇ ਤੁਹਾਡੇ ਪ੍ਰੋਵਿੰਸ਼ੀਅਲ ਐਨਡੀਪੀ ਹੈਗੀ ਉਹ ਤਾਂ ਇਹ ਚਾਹੁੰਦੀ ਹੈਗੀ ਕਿ ਵੀ ਆਇਲ ਐਂਡ ਗੈਸ ਕਿਉਂਕਿ ਅਲਬਰਟਾ ਦੇ ਵਿੱਚ ਹੈਗਾ ਤੁਹਾਡਾ ਇਹ ਡਿਊਟੀ ਵੀ ਬਣਦੀ ਹੈਗੀ ਹੈ ਤੁਹਾਡੀ ਪਾਲਿਸੀ ਵੀ ਹੋਣੀ ਚਾਹੀਦੀ ਵੀ ਅਲਬਰਟਾ ਦਾ ਆਪਾਂ ਸਭ ਤੋਂ ਪਹਿਲਾਂ ਬੈਨੀਫਿਟ ਸੋਚਣਾ ਵੀ ਕਿਸ ਚੀਜ਼ ਦੇ ਵਿੱਚ ਹੁੰਦਾ ਹੈਗਾ ਅਤੇ ਤੁਸੀਂ ਇਹ ਸੋਚਦੇ ਵੀ ਆਇਲ ਐਂਡ ਗੈਸ ਜਿਹੜਾ ਹੈਗਾ ਕੋਈ ਬਾਹਰ ਜਾਣਾ ਚਾਹੀਦਾ ਇਹਨੂੰ ਆਪਾਂ ਨੂੰ ਜ਼ਮੀਨ 'ਚੋਂ ਕੱਢ ਕੇ ਅਤੇ ਵੇਚਣਾ ਚਾਹੀਦਾ ਮਾਰਕੀਟ ਦੇ ਵਿੱਚ ਜਿੰਨੇ ਚਿਰ ਵੀ ਉਹਦੀ ਵੈਲਿਊ ਹੈਗੀ ਆ ਪਰ ਜਿਹੜੀ ਫੈਡਰਲ ਐਨਡੀਪੀ ਹੈਗੀ ਉਹਦੇ ਟੋਟਲੀ ਅਗੇਂਸਟ ਹੈਗੇ ਉਹ ਤਾਂ ਕਹਿੰਦੇ ਵੀ ਅੱਜ ਹੀ ਬੰਦ ਕਰ ਦਿਓ ਹੈ ਨਾ ਉਹਨਾਂ ਦੀ ਤੁਸੀਂ ਮੈਂਟੈਲਿਟੀ ਨੂੰ ਕਿਸ ਤਰ੍ਹਾਂ ਲੈਂਦੇ ਹੋ ਕੀ ਉਹਨਾਂ ਦਾ ਲੌਜਿਕ ਹੈਗਾ ਵੀ ਜਿਹੜੀ ਫੈਡਰਲ ਐਨਡੀਪੀ ਹੈਗੀ ਉਹਦੇ ਅਗੇਂਸਟ ਹੈਗੀ ਹੈ ਕੁਝ ਸਮਝਾਉਣ ਦੀ ਜਿਹੜੀ ਹੈ ਕਿਰਪਾ ਕਰੋ ਜਿਹੜਾ ਆਇਲ ਐਂਡ ਗੈਸ ਡਿਵੈਲਪਮੈਂਟ ਹੈ ਰਿਸੋਰਸ ਡਿਵੈਲਪਮੈਂਟ ਹੈ ਇਸ 'ਤੇ ਜਿਹੜੀ ਸਾਡਾ ਮੌਕਫ ਹੈ ਜਾਂ ਫੈਡਰਲ ਐਨਡੀਪੀ ਦਾ ਮੌਕਫ ਹੈ ਅਸੀਂ ਇੱਕ ਪੇਜ 'ਤੇ ਨਹੀਂ ਹਾਂ ਸਾਡਾ ਮੰਨਣਾ ਇਹ ਵੇ ਕਿ ਰਿਸੋਰਸ ਡਿਵੈਲਪਮੈਂਟ ਰਿਸਪੌਂਸਿਬਲ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਜੀ ਔਰ ਉਹਦੇ ਨਾਲ ਨਾਲ ਇਨਵਾਇਰਮੈਂਟ 'ਤੇ ਵੀ ਤੁਸੀਂ ਕੰਮ ਕਰ ਸਕਦੇ ਜੀ ਇਹ ਜਾਂ ਇਨਵਾਇਰਮੈਂਟ 'ਤੇ ਜਾਂ ਰਿਸੋਰਸ ਡਿਵੈਲਪਮੈਂਟ ਇਹ ਨਹੀਂ ਹੈ ਬਲਕਿ ਦੋਵੇਂ ਨਾਲ ਨਾਲ ਇਹਨਾਂ 'ਤੇ ਕੰਮ ਕੀਤਾ ਜਾ ਸਕਦਾ ਜੀ ਔਰ ਇਹ ਇਖਤਲਾਫ ਸਾਰਾ ਮੌਜੂਦ ਰਿਹਾ ਪਿਛਲੇ ਸਾਡੀ ਜਦੋਂ ਗਵਰਨਮੈਂਟ ਸੀ ਉਦੋਂ ਵੀ ਮੌਜੂਦ ਰਿਹਾ ਜੀ ਜੀ ਲੇਕਿਨ ਸਾਡਾ ਫੋਕਸ ਹਮੇਸ਼ਾ ਅਲਬਰਟਾ ਔਰ ਅਲਬਰਟਨ ਰਿਹਾ ਅਸੀਂ ਜਦੋਂ ਕਿੰਡਰ ਮਾਰਗਨ 'ਤੇ ਅਸੀਂ ਕੰਮ ਕੀਤਾ ਇਨਵਾਇਰਮੈਂਟ 'ਤੇ ਕੰਮ ਕੀਤਾ ਔਰ ਅੱਜ ਅਗਰ ਇਹ ਪਾਈਪਲਾਈਨ ਬਣ ਰਹੀ ਹੈ ਇਹਦੇ ਵਿੱਚ ਕ੍ਰੈਡਿਟ ਜਿਹੜਾ ਹੈ ਉਹ ਸਾਰਾ ਕਾਫੀ ਮਿਹਨਤ ਕੀਤੀ ਤੁਸੀਂ ਰੈਚਲ ਨਾਟਰੀ ਹੋਰਾਂ ਨੇ ਵੀ ਇਸ ਪਾਈਪਲਾਈਨ ਦੇ ਉੱਤੇ ਲੱਗੇ ਨੇ ਪਰ ਕੀ ਤੁਸੀਂ ਐਨਡੀਪੀ ਜਿਹੜੀ ਫੈਡਰਲ ਸੀ ਉਹਨੂੰ ਕਨਵਿੰਸ ਨਹੀਂ ਕਰ ਪਾਏ ਜਾਂ ਕੀ ਮਤਲਬ ਤੁਹਾਨੂੰ ਤਾਂ ਉਹਦਾ ਜਿਹੜਾ ਜ਼ਰੂਰ ਪਤਾ ਹੋਏਗਾ ਵੀ ਉਹ ਕਿਉਂ ਇਹਦੇ ਅਪੋਜ਼ ਹੈਗੇ ਨੇ ਕੀ ਲੌਜਿਕ ਦਿੰਦੇ ਹੈਗੇ ਵੀ ਇਹ ਨਹੀਂ ਬਣਨੀ ਚਾਹੀਦੀ ਪਾਈਪਲਾਈਨ ਜਾਂ ਆਇਲ ਐਂਡ ਗੈਸ ਯੂਜ਼ ਬੰਦ ਹੋਣਾ ਚਾਹੀਦਾ ਕੁਝ ਉਹਦੇ ਬਾਰੇ ਵੀ ਚਾਨਣਾ ਪਾਓ ਕੀ ਅਸੀਂ ਜਦੋਂ ਆਪਣੀ ਪ੍ਰੋਵਿੰਸ ਦੇ ਲੈਵਲ 'ਤੇ ਜਦੋਂ ਅਸੀਂ ਗਵਰਨਮੈਂਟ ਵਿੱਚ ਹਾਂ ਜਾਂ ਅੱਜ ਅਪੋਜੀਸ਼ਨ ਵਿੱਚ ਅਸੀਂ ਤਾਂ ਉਹ ਕੰਮ ਕਰਨਾ ਜਾਂ ਉਹ ਚੀਜ਼ ਦੇਖਣੀ ਕਿ ਜਿਹੜੀ ਅਲਬਰਟਨਸ ਦੇ ਬਿਹਤਰੀ ਦੇ ਲਈ ਹੋਵੇ ਜੀ ਜਾਂ ਜਿਹੜੀ ਅਲਬਰਟਨ ਸਾਡੇ ਕੋਲੋਂ ਐਕਸਪੈਕਟ ਕਰ ਰਹੇ ਹੋ ਜੀ ਅਤੇ ਸਾਨੂੰ ਜਿਹੜਾ ਨਜ਼ਰ ਆ ਰਿਹਾ ਉਹ ਇਹ ਹੈ ਕਿ ਅਲਬਰਟਨ ਆਪਣੇ ਆਇਲ ਐਂਡ ਗੈਸ ਇੰਡਸਟਰੀ ਨੂੰ ਡਿਵੈਲਪ ਵੀ ਕਰਨਾ ਚਾਹੁੰਦੇ ਨੇ ਆਪਣੇ ਇਨਵਾਇਰਮੈਂਟ ਨੂੰ ਵੀ ਕਲੀਨ ਰੱਖਣਾ ਚਾਹੁੰਦੇ ਨੇ ਜੀ ਅਤੇ ਸਾਨੂੰ ਪ੍ਰੈਕਟੀਕਲੀ ਸੋਲੂਸ਼ਨ ਉਹ ਲੱਭਣਾ ਪੈਣਾ ਜਿਹੜਾ ਸਾਨੂੰ ਰਿਸੋਰਸ ਡਿਵੈਲਪਮੈਂਟ ਦੇ ਨਾਲ ਨਾਲ ਇਨਵਾਇਰਮੈਂਟ ਨੂੰ ਵੀ ਕਲੀਨ ਰੱਖਣ ਦੇ ਵਿੱਚ ਹੈਲਪਫੁਲ ਪਰ ਫੈਡਰਲ ਐਨਡੀਪੀ ਦੇ ਬਾਰੇ ਤੁਸੀਂ ਕਮੈਂਟ ਨਹੀਂ ਕਰਨਾ ਚਾਹੁੰਦੇ ਮੈਨੂੰ ਲੱਗਦਾ ਵੀ ਉਹ ਕਿਉਂ ਇਹਦੇ ਅਪੋਜ਼ ਕਰਦੇ ਉਹਨਾਂ ਦੀ ਜ਼ਰਾ ਮੈਂ ਪਾਲਿਸੀ ਸਰਕਲ ਵਿੱਚ ਕਦੇ ਰਿਹਾ ਨਹੀਂ ਹੈ ਮਤਲਬ ਮੈਂ ਜਿਹੜੇ ਪਾਲਿਸੀ ਸਰਕਲ ਹੀ ਰਿਹਾ ਜਾਂ ਗਵਰਨਮੈਂਟ ਸਰਕਲ ਵਿੱਚ ਆ
ਮੈਂ ਪ੍ਰੋਵਿੰਸ ਦੇ ਲੈਵਲ ਤੇ ਮੈਂ ਤੁਹਾਨੂੰ ਉਹ ਦੱਸ ਸਕਦਾ ਕਿ ਪ੍ਰੋਵਿੰਸ ਦਾ ਚਲੋ ਆਪਾਂ ਪ੍ਰੋਵਿੰਸ ਦੀ ਗੱਲ ਕਰਦੇ ਹੈਗੇ। ਪ੍ਰੋਵਿੰਸ ਦੇ ਵਿੱਚ ਜਦੋਂ ਹੁਣ UCP ਗਵਰਨਮੈਂਟ ਆਈ ਸੀ ਹੈ ਨਾ, ਇੱਕ ਪਲੇਟਫਾਰਮ ਦੀ ਆਪਾਂ ਗੱਲ ਕਰੇ UCP, ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੇ ਅਨਨੈਸੈਸਰੀ ਜਿਹੜੇ ਮਤਲਬ ਐਕਸਪੈਂਸ ਨੇ ਉਹਨੂੰ ਕੱਟ ਕਰਾਂਗੇ, ਇਹ ਵੀ ਕੱਟ ਕਰਾਂਗੇ, ਇਹ ਵੀ ਕੱਟ ਹੈ ਨਾ। ਅਤੇ ਜਦੋਂ ਦੀ UCP ਗਵਰਨਮੈਂਟ ਆਈ ਆਪਾਂ ਨੂੰ ਪਤਾ ਕੱਟ ਵਰਡ ਕਾਫੀ ਮਤਲਬ ਸੁਣਨ ਨੂੰ ਮਿਲਿਆ ਵੀ ਇਹ ਵੀ ਕੱਟ ਕਰਤਾ, ਇਹ ਵੀ ਕੱਟ ਕਰਤਾ, ਇਹ ਵੀ ਕੱਟ ਕਰਤਾ। ਕਿਹੜੇ ਕੱਟ ਤੁਹਾਨੂੰ ਗੈਰ ਜ਼ਰੂਰੀ ਲੱਗਦੇ ਸੀ ਕਿ ਐਵੇਂ ਖਾਮ-ਖਾ ਕੱਟੇ ਨੇ, ਪਰ ਉਹਨਾਂ ਦੀ ਕਮਿਊਨਿਟੀ ਨੂੰ, ਉਹਨਾਂ ਨੂੰ ਅਲਬਰਟਨਸ ਨੂੰ ਉਹਨਾਂ ਚੀਜ਼ਾਂ ਦੀ ਲੋੜ ਸੀ, ਉਹਨਾਂ ਫੰਡਸ ਦੀ ਲੋੜ ਸੀ ਜਿਹੜੇ ਉਹਨਾਂ ਨੇ ਕੱਟ ਦਿੱਤੇ ਹੋਣ? ਕੋਈ ਵੀ ਲੈ ਲਓ ਤੁਸੀਂ, ਐਜੂਕੇਸ਼ਨ ਤੋਂ ਸ਼ੁਰੂ ਕਰ ਲੈਂਦੇ। ਜਦੋਂ 15 ਦੇ ਵਿੱਚ ਮੈਂ ਇਲੈਕਟ ਹੋਇਆ ਸਾਂ ਤੇ ਜਿਹੜਾ ਇੱਥੇ ਨੰਬਰ 1 ਇਸ਼ੂ ਸੀ ਨਾ ਉਹ ਐਜੂਕੇਸ਼ਨ ਦਾ ਸੀ ਜੀ। ਤੇ 15 ਤੋਂ ਲੈ ਕੇ ਨਾ ਤੇ 19 ਤੱਕ ਇੱਥੇ 6 ਸਕੂਲ ਖੁੱਲ੍ਹੇ ਨੇ, ਫੁੱਲੀ ਫੰਡਡ ਸਕੂਲਸ, ਲਾਈਕ ਐਨਰੋਲਮੈਂਟ, ਗਰੋਥ, ਟੀਚਰਸ, ਐਵਰੀਥਿੰਗ। ਤੇ ਹੁਣ ਇਹਨਾਂ ਨੇ ਜਿਹੜੇ ਕੱਟ ਲਾਏ ਨੇ ਉਹ ਅੰਡਰ $28 ਮਿਲੀਅਨ ਦਾ ਕੱਟ ਤੇ ਸਿਰਫ ਇਨ ਈਅਰ ਕੱਟ ਲਾਇਆ ਨੇ। ਫਿਰ 25,000 ਦੇ ਲਗਭਗ ਐਜੂਕੇਸ਼ਨ ਦਾ ਸਟਾਫ ਫਾਇਰ ਕੀਤਾ ਨੇ। ਅੱਛਾ। ਫਿਰ ਇਹਨਾਂ ਕੱਟਸ ਦੀ ਵਜ੍ਹਾ ਤੋਂ CBE ਨੇ ਜਿਹੜਾ ਟਰਾਂਸਪੋਰਟੇਸ਼ਨ ਦਾ ਸਕੈਜੂਲ ਦਿੱਤਾ, ਅਗਰ ਤੁਸੀਂ ਆਪਣੇ ਡੈਜ਼ਿਗਨੇਟਿਡ ਪ੍ਰੋਗਰਾਮ ਦੇ ਵਿੱਚ ਜਾ ਰਹੇ ਹੋ ਜੀ, ਮੈਂਡੇਟਡ ਪ੍ਰੋਗਰਾਮ ਵਿੱਚ $400 ਤੁਹਾਡੀ ਫੀਸ ਹੋਏ, ਅਗਰ ਨਾਨ ਮੈਂਡੇਟਡ ਵਿੱਚ ਜਾ ਰਹੇ ਹੋ ਤੇ $800 ਦੇ ਲਗਭਗ ਫੀ ਹੈ। ਇਹ ਫਰਮ ਗ੍ਰੇਡ 1 ਟੂ ਗ੍ਰੇਡ 9 ਤੱਕ, ਤੇ ਗ੍ਰੇਡ 9 ਟੂ 12 $77 ਪਰ ਮੰਥ ਅੱਛਾ ਫੀ ਹੈ। ਤੇ ਇਹ ਫੀ ਸਾਡੇ ਟਾਈਮ ਇਹਦੇ ਨਹੀਂ ਸੀ, ਇਹ ਇਹਨਾਂ ਦੇ ਕੱਟਸ ਦੀ ਵਜ੍ਹਾ ਤੋਂ। ਠੀਕ ਹੈ। ਫਿਰ ਹੈਲਥ ਕੇਅਰ ਦੇ ਵਿੱਚ ਇਸ ਟਾਈਮ ਪੂਰੀ ਦੁਨੀਆ 'ਤੇ ਲੋਕੀ ਆਪਣੇ ਹੈਲਥ ਕੇਅਰ ਵਰਕਰਸ ਨੂੰ, ਫਰੰਟ ਲਾਈਨ ਵਰਕਰਸ ਨੂੰ ਸੈਲੀਬ੍ਰੇਟ ਕਰ ਰਹੇ ਨੇ। ਵਾਈ ਦੇ ਗਵਰਨਮੈਂਟ ਹੈ ਕਿ ਜਿਹੜੀ ਇਸ ਟਾਈਮ ਡਾਕਟਰਾਂ ਨੂੰ ਬੁੱਲੀ ਕਰ ਰਹੀ ਹੈ, ਨਰਸਿਸ ਨੂੰ ਬੁੱਲੀ ਕਰ ਰਹੀ ਹੈ, ਲੋਕਾਂ ਦੇ ਘਰਾਂ 'ਤੇ ਜਾ ਕੇ ਉਹਨਾਂ ਨੂੰ ਇਹ ਦਬਕੇ ਮਾਰ ਰਹੇ ਨੇ। ਠੀਕ ਹੈ। ਔਰ ਹਰ ਰੋਜ਼ ਰੂਰਲ ਅਲਬਰਟਾ 'ਚੋਂ 2, 4, 6, 8 ਡਾਕਟਰ ਇੱਥੋਂ ਮੂਵ ਹੋ ਰਹੇ ਨੇ। ਇਹੋ ਜਿਹੜੇ ਕੱਟ ਨੇ ਜ਼ਾਹਿਰ ਹੈ ਅਨਨੈਸੈਸਰੀ ਨੇ। ਔਰ ਪਲੱਸ ਜਿਹੜਾ ਇਹਨਾਂ ਨੇ ਕੱਟ ਲਾਇਆ, ਹੈਂਡ ਆਊਟ ਦਿੱਤਾ ਜਿਹੜਾ ਰਿਚੈਸਟ ਕਾਰਪੋਰੇਸ਼ਨਸ ਨੂੰ ਜੀ $4.7 ਬਿਲੀਅਨ ਦਾ, ਉਹ ਗੈਰ ਜ਼ਰੂਰੀ ਇਸ ਮਾਰੇ ਹੈ ਕਿ ਉਸਨੇ ਜੌਬਸ ਵੀ ਨਹੀਂ ਕ੍ਰੀਏਟ ਕੀਤੀਆਂ, ਇਕਾਨਮੀ ਦੇ ਵਿੱਚ ਵੀ ਅਸੀਂ ਕੋਈ ਐਕਟੀਵਿਟੀ ਨਹੀਂ ਵੇਖੀ ਜੀ। ਔਰ ਉਹ ਪੈਸਾ ਲੈ ਕੇ ਉਹ ਲੋਕੀ ਐਲਸਵੇਅਰ ਸਟੇਟਸ ਦੇ ਵਿੱਚ, ਪ੍ਰੋਵਿੰਸਿਸ ਦੇ ਵਿੱਚ ਉੱਥੇ ਇਨਵੈਸਟ ਕਰ ਰਹੇ। ਇੱਕ ਚੀਜ਼ ਜਿਹੜੀ ਮੈਂ ਵੀ ਕਾਫੀ ਲੰਬਾ ਸਮਾਂ ਹੋ ਗਿਆ, ਤਕਰੀਬਨ 25-30 ਸਾਲ ਹੋ ਗਏ ਮਾਰਕੀਟਿੰਗ ਦੇ ਵਿੱਚ ਹੀ ਹੈਗਾ, ਮਾਰਕੀਟਿੰਗ ਮੇਰੀ ਜੋਬ ਹੈਗੀ ਆ। ਅਤੇ ਉਹਦੇ ਵਿੱਚ ਅਸੀਂ ਇੱਕ ਗੱਲ ਕਹਿੰਦੇ ਹੁੰਦੇ ਹਾਂ ਵੀ ਆਪਣੇ ਖਰਚੇ ਘਟਾਉਣ ਦੀ ਲੋੜ ਨਹੀਂ, ਆਪਣੀ ਇਨਕਮ ਵਧਾਓ। ਠੀਕ ਹੈ ਵੀ ਆਪਣੀ ਇਨਕਮ ਵਧਾਓ। ਅਤੇ ਤੁਸੀਂ ਕਿਸ ਵਿਚਾਰ ਦੇ ਨਾਲ ਸਹਿਮਤ ਹੈਗੇ ਹੋ ਕਿ ਜਿਵੇਂ UCP ਵਾਲੇ ਕਹਿੰਦੇ ਹੈਗੇ ਕਿ ਜੇ ਆਪਾਂ ਬਜਟ ਨੂੰ ਬੈਲੈਂਸ ਕਰਨਾ ਹੈ ਅਤੇ ਅਸੀਂ ਕੱਟ ਕਰਦੇ ਪਏ ਹੈ ਨਾ, ਵੀ ਇੱਥੋਂ ਵੀ ਨਾ ਲਾਓ ਪੈਸੇ, ਇੱਥੋਂ ਵੀ ਨਾ ਲਾਓ, ਅਤੇ ਜਦੋਂ ਆਪਾਂ ਕੋਈ ਡਿਵੈਲਪ ਹੀ ਨਹੀਂ ਕਰਨਾ, ਖਰਚਣਾ ਨਹੀਂ, ਸਾਰੇ ਬੱਚਤ ਹੀ ਹੈਗੀ ਹੈ ਨਾ। ਅਤੇ ਉਸ ਫਿਲਾਸਫੀ 'ਤੇ ਕੰਮ ਕਰਨਾ ਚਾਹੀਦਾ ਕਿ ਜਾਂ ਆਪਾਂ ਨੂੰ ਜਿਹੜੀਆਂ ਲੋੜੀਂਦੀਆਂ ਸਹੂਲਤਾਂ ਚਾਹੀਦੀਆਂ ਹੈਗੀਆਂ, ਜਿਹੜੀ ਨੈਸੈਸਿਟੀ ਹੈਗੀ ਹੈ ਵੀ ਉਹਨਾਂ ਨੂੰ ਨਾ ਕੱਟ ਲਾ ਕੇ ਆਪਾਂ ਕੋਈ ਰਿਸੋਰਸਿਸ ਪੈਦਾ ਕਰਨ ਦੀ ਕੋਸ਼ਿਸ਼ ਕਰੀਏ। ਪਰ UCP ਗੌਰਮੈਂਟ ਦਾ ਮੈਂ ਵੇਖਿਆ ਕਿ ਜ਼ਿਆਦਾ ਫੋਕਸ ਕੱਟ 'ਤੇ ਹੈਗਾ। ਉਹਨਾਂ ਨੂੰ ਲੱਗਦਾ ਵੀ ਸ਼ਾਇਦ ਕੱਟ ਕਰਕੇ ਅਸੀਂ ਜਿਹੜਾ ਹੈਗਾ ਵੀ ਬਜਟ ਬੈਲੈਂਸ ਕਰ ਲਵਾਂਗੇ। ਕੀ ਜੇ NDP ਦੀ ਗੌਰਮੈਂਟ ਕੋਈ ਅਲੱਗ ਤੋਂ ਫਿਲਾਸਫੀ ਹੈਗੀ ਹੈ ਕਿ ਜਾਂ ਉਹ ਵੀ ਕਹਿੰਦੇ ਵੀ ਕੱਟ ਕਰਕੇ ਆਪਾਂ ਜਿਹੜਾ ਹੈਗਾ ਵੀ ਖਰਚੇ ਘੱਟ ਕਰਕੇ ਅਸੀਂ ਜਿਹੜਾ ਹੈਗਾ ਵੀ ਪ੍ਰੋਫਿਟ 'ਚ ਹੋ ਸਕਦੇ ਹੈਗੇ? ਖਰਚੇ ਨੂੰ ਲੈ ਕੇ ਜਿਹੜੀ ਗੱਲ ਹੈ ਨਾ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜਾ ਪਬਲਿਕ ਫੰਡ ਹੈ ਨਾ, ਇਹ ਹਮੇਸ਼ਾ ਬਹੁਤ ਹੀ ਸੋਚ ਸਮਝ ਕੇ ਔਰ ਬਹੁਤ ਹੀ ਟਰਾਂਸਪੇਰੈਂਟ ਤਰੀਕੇ ਦੇ ਨਾਲ ਪ੍ਰੂਡੈਂਟਲੀ ਖਰਚ ਹੋਣਾ ਚਾਹੀਦਾ ਜੀ। ਗੈਰ ਜ਼ਰੂਰੀ ਪਬਲਿਕ ਫੰਡ ਜ਼ਾਇਆ ਨਹੀਂ ਹੋਣਾ ਚਾਹੀਦਾ ਜੀ। ਇਸ 'ਤੇ ਕੋਈ ਬਹਿਸ, ਜਿਹੜੀ ਫਜ਼ੂਲ ਖਰਚੀ ਉਹ ਤਾਂ ਕੋਈ ਵੀ ਫਜ਼ੂਲ ਖਰਚੀ ਭਾਵੇਂ ਘਰ ਵਿੱਚ ਹੋਵੇ ਜਾਂ ਕਿਤੇ ਵੀ ਹੋਵੇ ਆਪਾਂ ਉਹਨੂੰ ਗਲਤ ਸਮਝਦੇ। ਠੀਕ ਹੈ। ਔਰ UCP ਵਾਲੇ ਕਹਿ ਦੇ ਰਹੇ ਹਨ ਕਿ ਇਹ ਖਰਚੇ ਘਟਾਣੇ। ਇਹਨਾਂ ਦੇ ਜਿਹੜਾ ਪ੍ਰੀਮੀਅਰ ਦਾ ਸਪੈਸ਼ਲ ਐਡਵਾਈਜ਼ਰ ਹੈ ਡੇਵਿਡ ਨਾਈਟਲੈਗ, ਉਹਨੇ ਪਿਛਲੇ 10-11 ਮਹੀਨੇ ਦੇ ਵਿੱਚ ਪਬਲਿਕ ਨੂੰ ਆਲਮੋਸਟ $1 ਲੱਖ ਦੇ ਐਕਸਪੈਂਸਿਸ ਬਿਲ ਕਰ ਦਿੱਤੇ ਨੇ, ਜਿਹੜੇ ਉਹ ਜਾ ਕੇ ਲੰਡਨ ਦੇ ਵਿੱਚ 5 ਸਟਾਰ ਹੋਟਲਾਈਨਸ ਤੇ 7 ਸਟਾਰ ਹੋਟਲਾਈਨਸ ਰਹਿ ਰਹੇ ਨੇ। ਤੇ ਸਾਡੇ ਐਕਸਪੈਂਸ ਵੀ ਕੋਈ 4 ਸਾਲਾਂ ਦੇ ਚੱਕੇ ਵੇਖ ਲਵੇ ਕਿ ਖਰਚਾ ਕੌਣ ਘੱਟ ਕਰ ਰਿਹਾ ਸੀ। ਠੀਕ ਹੈ। ਪਬਲਿਕ ਦਾ ਫੰਡ ਵਿੱਚੋਂ ਜਿਹੜਾ ਐਕਸਪੈਂਸ ਹੋ ਰਿਹਾ ਉਹ ਇੰਤਹਾਈ ਟਰਾਂਸਪੇਰੈਂਟ ਤਰੀਕੇ ਦੇ ਨਾਲ, ਔਰ ਕੋਈ ਫਜ਼ੂਲ ਖਰਚੀ ਉਹਦੇ ਵਿੱਚ ਨਹੀਂ ਹੋਣੀ ਚਾਹੀਦੀ ਜੀ। ਦੂਸਰੀ ਚੀਜ਼ ਇਹ ਵੇ ਕਿ ਜਿਹੜਾ ਸਾਡਾ ਕਲੋਜ਼ੈਸਟ ਪ੍ਰੋਵਿੰਸ ਹੈ
ਸਾਡੇ ਤੋਂ ਬਾਅਦ ਜਿਹੜੇ ਟੈਕਸ ਲੋਐਸਟ ਟੈਕਸਸ ਨੇ, ਜਦੋਂ ਅਸੀਂ ਗਵਰਨਮੈਂਟ ਦੇ ਵਿੱਚ ਸਾਂ ਉਸ ਟਾਈਮ ਅਲਬਰਟਾ ਦਾ ਟੈਕਸ ਐਡਵਾਂਟੇਜ ਉਸ ਪ੍ਰੋਵਿੰਸ ਤੋਂ $11.2 ਬਿਲੀਅਨ ਦਾ ਸੀ ਕਿ ਸਾਡੇ ਟੈਕਸਿਸ ਨੀਅਰੈਸਟ ਜੂਰਿਸਡਿਕਸ਼ਨ ਕੈਨੇਡਾ ਦੇ ਵਿੱਚ ਉਹਦੇ ਕੋਲੋਂ $11.2 ਬਿਲੀਅਨ ਘੱਟ ਸੀਗੇ। ਅੱਛਾ, ਇਹ ਜਿਹੜੀ ਬ੍ਰੇਕ ਇਹਨਾਂ ਨੇ ਦਿੱਤੀ UCP ਨੇ, ਇਸ ਤੋਂ ਪਹਿਲੇ ਦੀ ਗੱਲ ਹੈ ਜੀ। ਅਤੇ ਸਾਡਾ ਮੰਨਣਾ ਤਾਂ ਇਹ ਵੇ ਕਿ ਜਿਹੜੇ ਸਾਡੇ ਰਿਸੋਰਸਿਸ ਤੋਂ ਬੈਨੀਫਿਟ ਕਰ ਰਹੇ ਨੇ, ਜਿਹੜੇ ਸੂਬੇ ਦੀ ਵੈਲਥ ਤੋਂ ਬੈਨੀਫਿਟ ਕਰ ਰਹੇ ਨੇ, ਅਗਰ ਉਹਨਾਂ ਦੇ ਕੋਲ ਗੁੰਜਾਇਸ਼ ਹੈ ਤੇ ਉਹ ਜ਼ਰੂਰ ਪ੍ਰੋਗਰੈਸਿਵਲੀ ਜ਼ਿਆਦਾ ਹਿੱਸਾ ਆਪਣਾ ਦੇਵਣ ਤਾਂ ਕਿ ਐਜੂਕੇਸ਼ਨ, ਹੈਲਥ ਕੇਅਰ, ਸੋਸ਼ਲ ਸਰਵਿਸਿਜ਼, ਡਿਸੇਬਿਲਿਟੀ ਸਰਵਿਸਿਜ਼ ਇਹ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾ ਸਕਣ ਬਾਕੀਆਂ। ਜੀ, ਮੈਂ ਫਰਜ਼ ਕੀਤਾ ਅਗਰ ਇਨਕਮ ਬਣਾ ਰਿਹਾ ਜਿਹੜੀ 6 ਫਿਗਰ ਇਨਕਮ ਹੈ ਜਾਂ ਮੇਰੀ ਜ਼ਰੂਰਤ ਤੋਂ ਜ਼ਿਆਦਾ, ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਅਗਰ ਮੈਂ $200 ਟੈਕਸੀ ਮੇਰਾ ਜ਼ਿਆਦਾ ਚਲਾ ਜਾਵੇ, ਲੇਕਿਨ ਮੈਨੂੰ ਸ਼ੋਰ ਇਹ ਹੋਵੇ ਕਿ ਉਹ $200 ਅੱਛੇ ਕੰਮ ਦੇ ਲਈ ਜਾ ਰਿਹਾ ਹੈ, ਯੂਨੀਵਰਸਲ ਹੈਲਥ ਕੇਅਰ ਦੇ ਲਈ ਜਾ ਰਿਹਾ ਹੈ, ਪਬਲਿਕ ਕੁਆਲਿਟੀ ਐਜੂਕੇਸ਼ਨ ਦੇ ਲਈ ਜਾ ਰਿਹਾ ਹੈ, ਅੱਛੀ ਸੋਸ਼ਲ ਸਰਵਿਸਿਜ਼ ਦੇ ਲਈ ਜਾ ਰਿਹਾ। ਜੀ, ਇੱਕ ਜਿਵੇਂ ਹੁਣ ਚਲੋ ਆਪਾਂ ਨੂੰ ਇਹ ਤਾਂ ਜਗ ਜ਼ਾਹਰ ਹੈ ਹੀ ਹੈ ਕਿ ਜਿਹੜਾ ਕੰਡੀਸ਼ਨ ਹੈਗੀ ਹੈ ਵੀ ਫਾਈਨੈਂਸ਼ੀਅਲੀ ਇਕਨੋਮਿਕਲੀ ਜਿਹੜੀ ਕੰਡੀਸ਼ਨ ਹੈਗੀ ਅਲਬਰਟਾ ਦੀ ਵੀ ਬਹੁਤ ਵਧੀਆ ਨਹੀਂ ਹੈਗੀ ਹੈ ਨਾ, ਆਪਾਂ ਨੂੰ ਕੋਈ ਨਾ ਕੋਈ ਰਿਸੋਰਸਿਸ ਲੱਭਣੇ ਪੈਣੇ ਹੈਗੇ ਨੇ। ਘੱਟ ਫਜ਼ੂਲ ਖਰਚੀ ਵਾਲੇ ਤੇ ਆਪਾਂ ਨੂੰ ਠੀਕ ਲੱਗਦਾ ਵੀ ਜਿੱਥੇ ਫਜ਼ੂਲ ਖਰਚੀ ਹੋ ਰਹੀ ਉੱਥੇ ਕੱਟੇ ਜਾਏ, ਪਰ ਜਿਹੜੀ ਚੀਜ਼ਾਂ ਦੀ ਲੋੜ ਹੈਗੀ ਹੈ ਜਿਵੇਂ ਹੁਣ ਆਪਾਂ ਡਾਕਟਰਾਂ ਦੇ ਜਾਂ ਹੈਲਥ ਦੇ ਕੱਟੇ ਤਾਂ ਸਿੱਧਾ ਹੀ ਆਮ ਪਬਲਿਕ 'ਤੇ ਵੀ ਅਸਰ ਪੈ ਰਿਹਾ। ਜੇ ਡਾਕਟਰ ਇੱਥੋਂ ਜਾ ਰਹੇ ਹੈ ਲੋਕਾਂ ਨੂੰ ਜਿਹੜੀ ਹੈਗੇ ਸਿਹਤ ਜਿਹੜੀਆਂ ਸਹੂਲਤਾਂ ਨੇ ਉਹਨਾਂ 'ਤੇ ਵੀ ਜਿਹੜਾ ਫਰਕ ਪਏਗਾ। ਪਰ ਕੀ ਇਹਦਾ ਇੱਕ ਹੱਲ ਇਹ ਵੀ ਹੈਗਾ ਕਿ ਆਪਾਂ ਪ੍ਰਾਈਵੇਟ ਪਬਲਿਕ ਕੋਲੈਬੋਰੇਸ਼ਨ ਦੇ ਨਾਲ ਕੁਛ ਇਹਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈਗੀ ਹੈ ਕਿ ਕੁਛ ਜਿਹੜੇ ਇਨਵੈਸਟਰਸ ਹੈਗੇ ਨੇ ਜਾਂ ਕਾਰਪੋਰੇਟ ਸਿਸਟਮ ਹੈਗਾ ਜਾਂ ਪ੍ਰਾਈਵੇਟ ਕੋਈ ਇੰਟਰਸਟ ਕਿਸੇ ਚੀਜ਼ ਦੇ ਵਿੱਚ ਹੈਗਾ ਜਿਹੜੀ ਪਬਲਿਕ ਨੂੰ ਜਿਹੜੀ ਸਹੂਲਤ ਦਿੱਤੀ ਜਾਵੇ, ਉਹਦੇ 'ਚ ਤੁਹਾਡਾ ਕੀ ਵਿਚਾਰ ਹੈਗਾ? ਸ਼ਾਇਦ ਕੁਝ ਚੀਜ਼ਾਂ 'ਚ ਪ੍ਰਾਈਵੇਟ ਸੈਕਟਰ ਵਿੱਚ ਗੁੰਜਾਇਸ਼ ਮੌਜੂਦ ਹੋਵੇ ਕਿ ਉਹ ਕੁਝ ਚੀਜ਼ਾਂ ਨੂੰ ਬਿਹਤਰ ਹੈਂਡਲ ਕਰ ਸਕਦੇ ਹੋਣ, ਲੇਕਿਨ ਜਿੱਥੇ ਤੱਕ ਹੈਲਥ ਕੇਅਰ ਦੀ ਗੱਲ ਹੈ ਨਾ, ਲੋਕਾਂ ਦੀਆਂ ਬਿਮਾਰੀਆਂ ਜਿਹੜਾ ਨਾ ਉਹ ਕਾਰੋਬਾਰ ਨਹੀਂ ਹੈ। ਜੀ, ਅਗਰ ਕੋਈ ਬਿਮਾਰ ਹੁੰਦਾ ਨਾ ਤਾਂ ਸਾਡੇ ਸੁਸਾਇਟੀ ਦਾ ਬੇਸਿਕ ਉਸੂਲ ਹੈ ਕਿ ਇੱਕ ਬੰਦਾ ਸੁਸਾਇਟੀ ਬਿਮਾਰ ਹੁੰਦਾ ਬਾਕੀ ਸਾਰੀ ਸੁਸਾਇਟੀ ਮਿਲ ਕੇ ਉਹਦੀ ਸਿਹਤ ਦਾ ਉਸ ਦਾ ਪ੍ਰਬੰਧ ਕਰਦੀ। ਤੁਹਾਡਾ ਕਹਿਣ ਦਾ ਮਤਲਬ ਕਿ ਯੂਨੀਵਰਸਲ ਹੈਲਥ ਕੇਅਰ ਦਾ ਪ੍ਰਿੰਸੀਪਲ ਹੈ। ਔਰ ਅਗਰ ਕੋਈ ਬੰਦਾ ਬਿਮਾਰ ਹੋਵੇ ਨਾ ਤਾਂ ਤੀਸਰਾ ਬੰਦਾ ਉਸ ਦੀ ਬਿਮਾਰੀ ਦਾ ਕਾਰੋਬਾਰ ਕਰੇ ਨਾ ਤਾਂ ਉਹਦੇ ਵਿੱਚ ਬਿਜ਼ਨਸ ਦੇਖੀਏ ਤੇ ਐਕਸੈਪਟੇਬਲ ਨਹੀਂ ਹੈ। ਇਹ ਐਕਸੈਪਟੇਬਲ ਨਹੀਂ ਹੈ। ਠੀਕ ਹੈ। ਫਿਰ ਐਜੂਕੇਸ਼ਨ ਨੂੰ ਲੈ ਲਓ। ਬੱਚਾ ਉਹ ਤੁਹਾਡੇ ਘਰ ਅੱਖ ਖੋਲੇ ਜਾਂ ਇਸ ਸਟਰੀਟ ਦੇ ਵਿੱਚ ਕਿਸੇ ਹੋਰ ਦਾ ਵੀ ਬੱਚਾ ਹੋਵੇ, ਜੀ, ਅਸੀਂ ਇਕੁਐਲਿਟੀ ਆਫ ਆਪਰਚੁਨਿਟੀ ਦੀ ਗੱਲ ਕਰਦੇ ਹਾਂ। ਜੀ, ਉਹਦੇ ਵਿੱਚ ਫੰਡਾਮੈਂਟਲ ਚੀਜ਼ ਇਹ ਵੇ ਇਕੁਐਲਿਟੀ ਆਪਰਚੁਨਿਟੀ ਦੀ, ਇਕੁਐਲਿਟੀ ਦੀ ਅਗਰ ਅਸੀਂ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਬਿਹਤਰੀਨ ਐਜੂਕੇਸ਼ਨ ਜਿਹੜੀ ਨਾ ਉਹ ਅਵੇਲੇਬਲ ਹੋਵੇ। ਜੀ, ਔਰ ਉਹ ਐਜੂਕੇਸ਼ਨ ਇਸ 'ਤੇ ਡਿਪੈਂਡ ਨਾ ਕਰੇ ਕਿ ਪੇਰੈਂਟ ਕਿੰਨਾ ਪੇ ਕਰ ਸਕਦਾ। ਜੀ, ਠੀਕ ਹੈ। ਜਦੋਂ ਤੁਸੀਂ ਉਹਨਾਂ ਨੂੰ ਇਕੁਅਲ ਆਪਰਚੁਨਿਟੀ ਦੇ ਰਹੇ ਹੋ, ਇਕੁਅਲੀ ਗੁੱਡ ਐਜੂਕੇਸ਼ਨ ਦੇ ਰਹੇ ਹੋ, ਉਸ ਤੋਂ ਬਾਅਦ ਉਹ ਮਾਰਕੀਟ ਵਿੱਚ ਜਾ ਸਨ, ਕੰਪੀਟ ਵੀ ਕਰ ਸਨ, ਇਨੋਵੇਟ ਵੀ ਕਰ ਸਨ, ਇਨਵੈਂਟ ਵੀ ਕਰ ਸਨ, ਔਰ ਪੂਰੀ ਐਜ਼ ਅ ਸੁਸਾਇਟੀ ਅਸੀਂ ਅੱਗੇ ਵੀ ਜਾ ਸਨ। ਅਤੇ ਤੁਹਾਡੇ ਕਹਿਣ ਦਾ ਮਤਲਬ ਕਿ ਜੇ ਆਪਾਂ ਪ੍ਰਾਈਵੇਟ ਦੇ, ਤੁਸੀਂ ਮੇਰਾ ਇਸ਼ਾਰਾ ਸਮਝ ਗਏ ਹੁਣ ਵਿੱਚ UCP ਦੇ ਪਲੇਟਫਾਰਮ ਦੇ 'ਚ ਇੱਦਾਂ ਦੀਆਂ ਚੀਜ਼ਾਂ ਸੀ ਵੀ ਆਪਾਂ ਹੈਲਥ ਕੇਅਰ ਦੇ ਵਿੱਚ ਵੀ ਜਿਹੜਾ ਕਿ ਆਪਾਂ ਪਬਲਿਕ ਪ੍ਰਾਈਵੇਟ ਕੋਲੈਬੋਰੇਸ਼ਨ ਦੇ ਨਾਲ ਕੁਛ ਕਰਨ ਦੀ ਉਹਨਾਂ ਦੀ ਹੈਗੀ ਵੀ ਤੁਸੀਂ ਉਹਦੇ ਅਗੇਂਸਟ ਹੈਗੇ ਹੋ ਵੀ ਨਾ ਤਾਂ ਐਜੂਕੇਸ਼ਨ 'ਚ ਹੋਣਾ ਚਾਹੀਦਾ ਨਾ ਹੈਲਥ ਸਿਸਟਮ ਮੈਂ ਲੋਕਾਂ ਦੀ ਸਿਹਤਾਂ ਦੇ ਕਾਰੋਬਾਰ ਦੇ ਖਿਲਾਫ ਹੈਗਾ। ਅਗਰ ਕੋਈ ਬਿਮਾਰ ਹੈ ਤਾਂ ਸਾਡੀ ਸੁਸਾਇਟੀ ਦਾ ਫੰਡਾਮੈਂਟਲ ਪ੍ਰਿੰਸੀਪਲ ਇਹ ਹੈ ਕਿ ਸੁਸਾਇਟੀ ਰਲ ਮਿਲ ਕੇ ਉਹਦੀ ਬਿਮਾਰੀ ਦਾ ਇਲਾਜ ਵੀ ਕਰਦੀ, ਉਹਦੀ ਸਿਹਤ ਦਾ ਖਿਆਲ ਵੀ ਰੱਖਦੀ। ਜੀ, ਔਰ ਇਹ ਲੋਕਾਂ ਨੂੰ ਰਿਗਾਰਡਲੈਸ ਕਿ ਉਹਨਾਂ ਦੀ ਪਰਚੇਜ਼ਿੰਗ ਪਾਵਰ ਕੀ ਹੈ, ਜੇ ਵੀ ਕਿੰਨੇ ਪੈਸੇ ਨੇ, ਅਗਰ ਕੋਈ ਬਿਮਾਰ ਹੈ ਤਾਂ ਉਸ ਦਾ ਹੱਕ ਹੈ ਕਿ ਉਹਨੂੰ ਇਹ ਸਹੂਲਤ ਮੁਯੱਸਰ ਹੋਵੇ। ਜੀ, ਮੇਰਾ ਖਿਆਲ ਕਿ ਕੈਨੇਡਾ ਦੀ ਜਿਹੜੀ ਬਿਊਟੀ ਹੈਗੀ ਹੈ, ਜਿਹੜੀ ਖਾਸੀਅਤ ਹੈਗੀ ਹੈ, ਜਿਹਦੀ ਪ੍ਰਸ਼ੰਸਾ ਪੂਰੀ ਦੁਨੀਆ ਦੇ ਵਿੱਚ ਕੀਤੀ ਜਾਂਦੀ, ਇਹਨਾਂ ਚੀਜ਼ਾਂ ਤੋਂ ਕੀਤੀ ਜਾਂਦੀ ਹੈ ਵੀ ਹੈਲਥ ਇਕੁਅਲ ਹੈਗਾ, ਫ੍ਰੀ ਹੈਗਾ, ਜਿਹੜੇ ਬੇਸਿਕ ਰਾਈਟਸ ਹੈ ਉਹ ਪ੍ਰੋਵਾਈਡ ਕਰਦਾ ਹੋਵੇ। ਹੈਲਥ ਐਂਡ ਐਜੂਕੇਸ਼ਨ ਦੇ ਜਿਹੜੀਆਂ ਬੇਸਿਕ ਫੰਡਾਮੈਂਟਲ ਲਿਬਰਟੀਜ਼ ਐਂਡ ਰਿਲੀਜੀਅਸ ਫਰੀਡਮਸ ਐਂਡ ਫਰੀਡਮ ਆਫ ਐਕਸਪ੍ਰੈਸ਼ਨ ਹੈ, ਲਾਈਫ ਲਿਬਰਟੀ, ਸਿਕਿਉਰਿਟੀ ਆਫ ਪਰਸਨ ਹੈ, ਇਹ ਸਾਰੀਆਂ ਚੀਜ਼ਾਂ ਸਾਰਾ ਕੈਨੇਡਾ ਅਪਹੋਲਡ ਵੀ ਕਰਦਾ। ਔਰ ਇਹ ਕੈਨੇਡਾ ਨੂੰ
ਸੁੰਦਰ ਵੀ ਬਣਾਤਾ, यूनिक भी यूनिक भी बना ਬਣਾਤਾ। ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈਗੀ ਆ। ਪਰ ਇਸ 12-14 ਮਹੀਨਿਆਂ ਦੇ ਜਿੰਨੇ ਚਿਰ ਗਵਰਨਮੈਂਟ ਚੱਲੀ ਹੈਗੀ ਯੂਸੀਪੀ ਦੀ, ਤੁਹਾਨੂੰ ਕੋਈ ਲੱਗਦਾ ਕਿ ਇਹਨਾਂ ਨੇ ਕੋਈ, ਹਾਲਾਂਕਿ ਜਿਹੜੀ ਆਪੋਜੀਸ਼ਨ ਹੁੰਦੀ ਉਹਦੇ ਵਾਸਤੇ ਬੜਾ ਮੁਸ਼ਕਲ ਹੁੰਦਾ ਕਿਸੇ ਆਪਣੀ ਜਿਹੜੀ ਰੂਲਿੰਗ ਪਾਰਟੀ ਦੀ ਕੋਈ ਸਿਫਤ ਕਰਨਾ ਜਾਂ ਜਿਹਦੇ ਨਾਲ ਸਹਿਮਤ ਹੋਣਾ, ਪਰ ਕੋਈ ਇੱਕ ਅੱਧੀ ਗੱਲ ਹੋਵੇ ਜਿਹਦੇ ਨਾਲ ਤੁਸੀਂ ਸਹਿਮਤ ਹੋਵੋ ਕਿ ਹਾਂ ਵੀ ਆਹ ਕੰਮ ਜਿਹੜਾ ਹੈਗਾ ਵੀ ਕਮਿਊਨਿਟੀ ਦੀ ਬਿਹਤਰੀ ਵਾਸਤੇ ਯੂਸੀਪੀ ਨੇ ਵਧੀਆ ਕੀਤਾ ਹੈਗਾ। ਕਮਿਊਨਿਟੀ ਦੀ ਅਗਰ ਤੁਸੀਂ ਗੱਲ ਕਰੋ ਨਾ, ਤੇ ਨਾਰਥ ਆਫ ਮੈਕਨਾਈਟ ਦੀ ਸਾਰੀ ਕਮਿਊਨਿਟੀ ਇਸ ਟਾਈਮ ਹੇਲ ਦੇ ਨਾਲ, ਕੋਈ ਸਿੰਗਲ ਘਰ ਐਸਾ ਨਹੀਂ ਜਿਹੜਾ ਡੈਮੇਜ ਨਾ ਹੋਇਆ ਹੋਵੇ ਜੀ, ਕੋਈ ਸਿੰਗਲ ਗੱਡੀ ਐਸੀ ਨਹੀਂ ਜਿਹੜੀ ਬਾਹਰ ਹੋਈ ਹੋਵੇ ਡੈਮੇਜ ਨਾ ਹੋਈ ਹੋਵੇ ਜੀ। ਮੇਰਾ ਆਪਣਾ ਘਰ, ਆਪਣੀ ਗੱਡੀਆਂ ਉਹ ਵੀ ਡੈਮੇਜ ਹੋਈਆਂ ਜੀ, ਠੀਕ ਹੈ। ਲੋਕੀ ਕੋਵਿਡ ਨੂੰ ਕਰਕੇ ਪਹਿਲੇ ਹੀ ਅੰਡਰ ਇੰਪਲੋਇਡ ਸਨ ਜਾਂ ਅਨਇੰਪਲੋਇਡ ਸਨ, ਇੰਸ਼ੋਰੈਂਸਾਂ ਇਹਨਾਂ ਨੇ ਕੈਪ ਹਟਾਈ ਇੰਸ਼ੋਰੈਂਸ ਤੋਂ, ਇੰਸ਼ੋਰੈਂਸਾਂ ਪਹਿਲੇ ਹੀ ਬਹੁਤ ਆਈ ਸਨ, ਲੋਕਾਂ ਦਾ ਬਹੁਤ ਬਿਗ ਟਾਈਮ ਨੁਕਸਾਨ ਹੋਇਆ। ਜਿਹੜਾ ਮੇਅਰ ਨੈਂਸ਼ੀਅਨ ਉਹਨਾਂ ਦਾ ਐਸਟੀਮੇਟ ਹੈ ਕਿ ਓਵਰ $1 ਬਿਲੀਅਨ ਦਾ ਨੁਕਸਾਨ ਹੋਵੇ ਜੀ, ਔਰ ਇਸ ਟਾਈਮ ਤੱਕ ਇਸ ਗਵਰਨਮੈਂਟ ਨੇ ਟਸ ਤੋਂ ਮਸ ਨਹੀਂ ਕੀਤਾ, ਜਿਸਨੂੰ ਇਹ ਕਹਿ ਦੇਣਾ ਕਿ ਚਲੋ ਤੁਹਾਡੇ ਨਾਲ ਜ਼ਿਆਦਤੀ ਹੋ ਗਈ, ਅਸੀਂ ਕੋਈ ਦੇਖ ਸੁਣ ਕਰ ਸੋ, ਉਹ ਵੀ ਨਹੀਂ ਕਿਹਾ, ਠੀਕ ਹੈ। ਔਰ ਦੂਜੀ ਪਾਸੇ ਜਦੋਂ ਫੋਰਟ ਮੈਕਮਰੀ ਦੇ ਵਿੱਚ ਫਲੱਡ ਆਇਆ ਜੀ, $228 ਮਿਲੀਅਨ ਦਾ ਇੰਸ਼ੋਰੇਬਲ ਡੈਮੇਜ ਸੀ, ਤੇ ਪ੍ਰੀਮੀਅਰ ਨੇ ਬਾਰਿਸ਼ ਰੁਕਣ ਦਾ ਵੀ ਇੰਤਜ਼ਾਰ ਨਹੀਂ ਕੀਤਾ, ਉਹ ਲੰਬੇ ਬੂਟ ਪਾ ਕੇ ਪਾਣੀ ਜਾ ਕੇ ਖਲੋਤੇ ਸੀ। ਤੇ ਜ਼ਾਹਿਰ ਹੈ ਗਵਰਨਮੈਂਟ ਦੀ ਮੈਂ ਹੁਣ ਕਿਹੜੀ ਗੱਲ ਦੀ ਸਿਫਤ ਕਰਾਂ, ਮੇਰੇ ਤੁਹਾਨੂੰ ਕੋਈ ਗੱਲ ਲੱਭਦੀ ਨਹੀਂ ਹੈ, ਕੋਈ ਐਸੀ ਗੱਲ ਮੈਨੂੰ ਨਜ਼ਰ ਨਹੀਂ ਆ ਰਹੀ ਕਿ ਜਿਸ ਦੀ ਮੈਂ ਸਿਫਤ ਕਰਾਂ ਜੀ। ਇੱਕ ਕੋਵਿਡ-19 ਜਿਹੜਾ ਹੈਗਾ ਵੀ ਪੂਰੀ ਸੰਸਾਰ ਨੂੰ ਵਕਤ ਪਾਇਆ ਹੋਇਆ ਉਹਨੇ, ਹੈ ਨਾ, ਵੀ ਸਾਰਿਆਂ ਨੂੰ ਜਿਵੇਂ ਕਿਤੇ ਬਾਣੇ ਬਣਾ ਕੇ ਰੱਖ ਦਿੱਤਾ ਹੈਗਾ, ਹੈਲਪਲੈਸ ਕਰਕੇ ਰੱਖ ਦਿੱਤਾ ਹੈਗਾ। ਕ੍ਰਾਈਸਿਸ ਆਉਂਦੇ ਹੈਗੇ ਨੇ ਸਮਾਜ ਦੇ ਵਿੱਚ, ਵੈਸੇ ਚਲੋ ਛੋਟੇ ਛੋਟੇ ਲੈਵਲ 'ਤੇ ਆਉਂਦਾ, ਜਿਵੇਂ ਪਹਿਲਾਂ ਫੋਰਟ ਮੈਕਮਰੀ 'ਚ ਫਾਇਰ ਵੀ ਆਈ ਸੀ, ਫਲੱਡ ਵੀ, ਅਤੇ ਕੈਲਗਰੀ 'ਚ ਇੱਦਾਂ ਦੀਆਂ ਕੋਈ ਨੈਚੁਰਲ ਕਲਾਈਮਿਟੀਜ਼ ਆਉਂਦੀਆਂ ਰਹਿੰਦੀਆਂ ਹੈਗੀਆਂ। ਪਰ ਹੁਣ ਜਿਹੜਾ ਹੈਗਾ ਕਿ ਪੂਰੇ ਸੰਸਾਰ ਨੂੰ ਇਸ ਚੀਜ਼ ਦਾ ਜਿਹੜਾ ਹੈਗਾ ਕੋਵਿਡ-19 ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ। ਇਸ ਨੂੰ ਹੈਂਡਲ ਕਰਨ ਵਾਸਤੇ ਅਲਬਰਟਾ ਸਰਕਾਰ ਕਿੰਨੀ ਕੁ ਜਿਹੜੀ ਹੈਗੀ ਹੈ ਕਾਮਯਾਬ ਹੋਈ ਤੁਹਾਡੇ ਹਿਸਾਬ ਨਾਲ? ਇਸ ਪੂਰੇ ਅਮਲ ਦੇ ਵਿੱਚ ਈਵਨ ਕਿ ਉਹਨਾਂ ਦੇ ਜਿਹੜੇ ਆਪਣੇ ਮਿਨਿਸਟਰ ਸਾਹਿਬ ਨੇ ਨਾ, ਹੈਲਥ ਮਿਨਿਸਟਰ ਜੀ, ਉਹਨਾਂ ਨੇ ਵੀ ਇਹ ਕਿਹਾ ਕਿ ਅਲਬਰਟਾ ਸਰਕਾਰ ਜਿਹੜਾ ਕਾਰਗਿਲ ਦਾ ਸਿਲਸਿਲਾ ਹੈ ਉਹਨੂੰ ਬਿਹਤਰ ਹੈਂਡਲ ਕਰ ਸਕਦੀ ਸੀ, ਠੀਕ ਹੈ। ਅਲਬਰਟਨਸ ਨੇ ਡਾਕਟਰ ਡੀਨਾ ਐਨਸ਼ਾ ਦੀ ਐਡਵਾਈਸ ਨੂੰ ਲੈ ਕੇ, ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ, ਗੈਦਰਿੰਗਸ ਦੇ ਰਿਸਟ੍ਰਿਕਸ਼ਨ ਨੂੰ ਲੈ ਕੇ ਜੀ, ਅਲਬਰਟਨ ਨੇ ਬਹੁਤ ਹੀ ਇਹਤਿਆਤ ਵੀ ਕੀਤੀ, ਬਹੁਤ ਹੀ ਜ਼ਿੰਮੇਦਾਰੀ ਦਾ, ਸਿਵਿਕ ਰਿਸਪੌਂਸਿਬਿਲਿਟੀ ਦਾ ਸਬੂਤ ਵੀ ਦਿੱਤਾ। ਤੇ ਅੱਜ ਜਿਹੜੇ ਸਾਡਾ ਇਨਫੈਕਸ਼ਨ ਦਾ ਹੈ ਰੇਟ, ਉਹ ਜਿਹੜਾ ਇਹਨਾਂ ਦਾ ਮੈਟ੍ਰਿਕਸ ਹੈ ਉਹ ਇਹ ਵੇ ਕਿ ਇੱਕ ਬੰਦੇ ਤੋਂ ਅਗਰ ਅਗਲੇ ਇੱਕ ਬੰਦੇ ਨੂੰ ਇਨਫੈਕਸ਼ਨ ਹੋ ਸਕਦੀ ਤਾਂ ਤੁਸੀਂ ਸੇਫ ਨਹੀਂ ਹੋ। ਤਾਂ ਸਾਡੀ 0.4 ਤੇ ਹੈ, ਪਿਛਲੇ ਦਿਨਾਂ 'ਚ ਕੇਸਿਸ ਥੋੜ੍ਹੇ ਵਧੇ 0.5 ਤੇ ਹੈ, ਕਿ 1:0.5 ਰੇਸ਼ੋ ਹੈ ਜਿਹੜੀ ਇਨਫੈਕਸ਼ਨ ਦੀ। ਜੀ ਜੀ। ਤੇ ਅਲਬਰਟਨਸ ਦੀ ਸੈਕਰੀਫਾਈਸਿਸ ਦੀ ਵਜ੍ਹਾ ਤੋਂ ਅਸੀਂ ਲਾਸ ਵੀ ਬਹੁਤ ਘੱਟ ਹੋਇਆ, ਬਚਾਓ ਵੀ ਹੋ ਗਿਆ। ਲੇਕਿਨ ਗਵਰਨਮੈਂਟ ਕੁਡ ਹੈਵ ਡਨ ਬੈਟਰ। ਅਗਰ ਕਾਰਗਿਲ ਦਾ ਪਲਾਂਟ ਜੀ ਉਹ ਅਗਰ ਇਹ ਬੰਦ ਕਰ ਦਿੰਦੇ ਟਾਈਮ ਸਿਰ, ਤੇ ਉੱਥੇ ਉਹਨਾਂ ਦੀ 50% ਐਮਪਲੋਇਮੈਂਟ ਜਿਹੜੀ ਹੈ EMPLOYEE ਉਹ ਇਫੈਕਟ ਹੋਇਆ ਹੈ। ਆਊਟ ਆਫ 2000 ਆਲਮੋਸਟ 1000। ਸੇਮ ਥਿੰਗ ਬਰੁਕਸ ਵਾਲੇ ਪਲਾਂਟ ਵਿੱਚ ਹੋਇਆ, ਠੀਕ ਹੈ। ਫਿਰ ਸਾਡੇ ਸੀਨੀਅਰ ਕੇਅਰਸ ਦੇ ਵਿੱਚ ਅਸੀਂ ਬਹੁਤ ਅਰਲੀ ਆਨ ਇਹਨਾਂ ਨੂੰ ਕਿਹਾ ਕਿ ਕ੍ਰਾਸ ਸਟਾਫਿੰਗ ਬੰਦ ਕਰੋ, ਇਹਨਾਂ ਨੂੰ 20% ਸਰਜ ਫੰਡਿੰਗ ਦਿਓ ਤਾਂ ਕਿ ਸੀਨੀਅਰ ਮੈਨੇਜ ਕੀਤੇ ਜਾ ਸਕਣ, ਕਿਉਂਕਿ ਸਭ ਤੋਂ ਵਲਨਰੇਬਲ ਗਰੁੱਪ ਜਿਹੜਾ ਸੀ ਕੋਵਿਡ ਤੋਂ, ਜਿਹਨੂੰ ਸਭ ਤੋਂ ਜ਼ਿਆਦਾ ਖਤਰਾ ਉਹ ਸੀਨੀਅਰ ਸਨ ਜੀ। ਉਹਦੇ 'ਤੇ ਵੀ ਇਹਨਾਂ ਨੇ ਬਹੁਤ ਦੇਰ ਬਾਅਦ 6 ਵੀਕ ਤੋਂ ਬਾਅਦ ਜਾ ਕੇ ਕੋਈ ਫੰਡਿੰਗ ਦਿੱਤੀ ਹੈ। ਬਾਕੀ ਇਹਨਾਂ ਦੀ ਤੁਸੀਂ ਕਾਰਕਰਦਗੀ ਲੈ ਲਓ, ਆਮ ਆਦਮੀ ਨੂੰ ਸਪੋਰਟ ਦੇ ਲਈ ਕੁਝ ਟਾਈਮ ਦੇ ਲਈ 2 ਜਾਂ 3 ਵੀਕ ਦੇ ਲਈ ਇੱਕ ਟ੍ਰਾਂਜੈਕਸ਼ਨ ਬੈਨੀਫਿਟ $1200 ਦਾ ਇਹਨਾਂ ਨੇ ਸ਼ੁਰੂ ਕੀਤਾ ਸੀ ਜੀ। ਉਹ ਸਿਰਫ ਉਸ ਵਕਤ ਤੱਕ ਸੀ ਜਦ ਤੱਕ ਫੈਡਰਲ ਗਵਰਨਮੈਂਟ ਹੈਲਪ ਦੇ ਲਈ ਨਹੀਂ ਆ ਜਾਂਦੀ। ਜਿਸ ਦਿਨ ਫੈਡਰਲ ਗਵਰਨਮੈਂਟ ਦਾ ਕਰੈਬ ਪ੍ਰੋਗਰਾਮ ਸ਼ੁਰੂ ਹੋਇਆ, ਇਸ ਗਵਰਨਮੈਂਟ ਨੇ ਉਸੇ ਦਿਨ ਵੈਬਸਾਈਟ ਬੰਦ ਕੀਤੀ। ਲੋਕੀ ਪਹਿਲਾਂ ਵੀ ਨਹੀਂ ਬਹੁਤੀ ਵਧੀਆ ਚੱਲਦੀ ਸੀ, ਪਹਿਲੇ ਵਧੀਆ ਨਹੀਂ ਸੀ ਚੱਲਦੀ, ਹਰ ਰੋਜ਼ ਇਸ ਨੂੰ ਕ੍ਰੈਸ਼ ਹੋ ਜਾਂਦੀ ਸੀ ਜਾਂ ਇਹ ਕਰ ਦਿੰਦੇ ਸਨ ਜਿਹੜਾ ਵੀ ਕਹਿ ਲਓ। ਲੇਕਿਨ ਪਹਿਲੇ ਵੀ ਲੋਕਾਂ ਨੂੰ ਕਿਉਂ ਵਿੱਚ ਰਹਿ ਕੇ ਵੀ ਪੈਸੇ ਨਹੀਂ ਮਿਲੇ, ਔਰ ਜੋ ਹੀ ਫੈਡਰਲ ਗਵਰਨਮੈਂਟ ਦਾ ਪ੍ਰੋਗਰਾਮ ਆਇਆ ਇਹਨਾਂ ਨੇ ਉਹ ਕੱਟ ਕਰ ਦਿੱਤੀ। ਬਿਜ਼ਨਸਿਸ ਦੇ ਲਈ ਜਿਹੜਾ ਪ੍ਰੋਗਰਾਮ ਲੈ ਕੇ ਆਏ
ਉਹ ਫੈਡਰਲ ਗਵਰਨਮੈਂਟ ਦੇ ਨਾਲ ਮਿਲ ਕੇ ਇਹਨਾਂ ਨੇ ਲਿਆਂਦਾ। ਉਹਦੇ 'ਚ ਕਹਿ ਰਹੇ ਨੇ ਕਿ ਅਗਰ 70% ਤੁਹਾਡੇ ਰੈਵਨਿਊ ਗਿਰਿਆ ਨਹੀਂ ਹੈ ਤਾਂ ਤੁਸੀਂ ਇੰਟਾਈਟਲ ਨਹੀਂ ਜੀ। ਫਰਜ਼ ਕਿ ਅਗਰ ਤੁਹਾਡਾ ਬਿਜ਼ਨਸ ਹੈ ਤੁਹਾਡਾ 65% ਗਿਰ ਗਿਆ ਜੀ, ਵਟ ਡਿਫਰੈਂਸ ਇਟ ਮੇਕਸ ਕਿ 70 ਹੋਵੇ ਜਾਂ 65 ਉਹ ਕੋਈ ਉਸ ਦਾ ਫਾਇਦਾ ਨਹੀਂ ਹੋਇਆ। ਬਿਗਰ ਬਿਜ਼ਨਸਿਸ ਦੇ ਲਈ ਜਿਹੜਾ 40,000 ਦਾ ਲੋਨ ਸੀ ਜੀ, ਉਹ ਫੈਡਰਲ ਗਵਰਨਮੈਂਟ ਵੱਲੋਂ ਆਇਆ। ਜੀ, ਜੀ, ਇਹ ਆਵਾਮ ਨੂੰ ਇਹ ਦੱਸ ਰਹੇ ਨੇ ਕਿ ਅਸੀਂ ਕੋਵਿਡ ਦੇ ਵਿੱਚ ਆਲਮੋਸਟ 12-13 ਬਿਲੀਅਨ ਡਾਲਰ ਦਾ ਰਿਲੀਫ ਦੇ ਚੁੱਕੇ। ਉਸ ਬਿਲੀਅਨ ਡਾਲਰ ਦੇ 12-13 ਬਿਲੀਅਨ ਦੇ ਰਿਲੀਫ ਵਿੱਚ ਇਹਨਾਂ ਨੇ ਜਿਹੜੀ ਟਰਾਂਸ ਮਾਊਂਟੇਨ ਤੇ ਬੈਟਿੰਗ ਕੀਤੀ ਹੈ ਨਾ 7.5 ਬਿਲੀਅਨ ਵਿੱਚ ਇਨਕਲੂਡ ਉਹ ਵੀ ਉਹਦੇ ਵਿੱਚ ਇਨਕਲੂਡ ਕੀਤੀ ਨੇ। ਅੱਛਾ, ਕਿ ਜਿਸ ਟਰਾਂਸ ਮਾਊਂਟੇਨ ਉਸ 'ਤੇ ਮੈਂ ਸੈਪਰੇਟ ਵੀ ਗੱਲ ਕਰ ਸਾਂ ਕਿ ਉਸ ਦਾ ਇਮੀਡੀਏਟ ਆਵਾਮ ਨੂੰ ਕੀ ਫਾਇਦਾ ਕੋਵਿਡ ਦੇ ਦੌਰਾਨ? ਕੋਈ ਫਾਇਦਾ ਨਹੀਂ। ਬਿਲਕੁਲ। ਬਾਕੀ ਸਭ ਡਿਫਰਲਸ ਹੈ ਦੂਜੇ ਲਫ਼ਜ਼ਾਂ 'ਚ ਕਿ ਲੋਕਾਂ ਦੇ ਕੋਲ ਜੌਬ ਵੀ ਨਹੀਂ, ਉਹਨਾਂ ਦਾ ਬਿਜ਼ਨਸ ਵੀ ਨਹੀਂ, ਔਰ ਉਹਨਾਂ ਦੇ ਉਹ ਕਰਜ਼ੇ ਉਸੇ ਤਰ੍ਹਾਂ ਵੱਧ ਵੀ ਰਹੇ ਹੈਗੇ ਬੇਸਿਕਲੀ। ਵੱਧ ਵੀ ਰਹੇ। ਜਿਵੇਂ ਹੁਣ ਕਈ ਵਾਰੀ ਹੁੰਦਾ ਕਿ ਜੇ ਕੋਈ ਮਤਲਬ ਮੇਰੀ ਲਾਇਬਿਲਿਟੀ ਗਵਰਨਮੈਂਟ ਦੇ ਪ੍ਰਤੀ ਹੈ ਨਾ, ਤੇ ਮੰਨ ਲਓ ਮੈਂ $500 ਕੋਈ ਟੈਕਸ ਦੇਣਾ ਹੈਗਾ ਜਾਂ ਕੋਈ ਮੈਂ ਬਿੱਲ ਪੇ ਕਰਨਾ, ਤੇ ਜੇ ਅੱਜ ਮੈਂ ਪੇ ਕਰ ਦਿਆਂਗਾ ਤੇ ਮੇਰੀ ਟੈਨਸ਼ਨ ਖਤਮ ਹੋ ਜਾਂਦੀ ਹੈ। ਤੇ ਜੋ ਡੈਫਰਲ ਹੋ ਜਾਏਗਾ ਤੇ ਮੇਰੇ ਬਰਡਨ ਸਗੋਂ ਹੋਰ ਵੀ ਜ਼ਿਆਦਾ। 3 ਮਹੀਨੇ ਬਾਅਦ ਤੁਸੀਂ 1500 ਕਰਕੇ ਦੇਣਾ। ਹਾਂ, ਫਿਰ ਉਹ ਹੋਰ ਵੀ ਟਫ ਹੋ ਜਾਂਦਾ ਹੈ। ਤੇ ਕਿੱਥੋਂ ਆਸੀ ਹੋ ਅਗਰ ਜੌਬ ਵੀ ਨਹੀਂ ਹੈ, ਇਕਨੋਮੀ ਵੀ ਵਾਪਸ ਪਿਕ ਨਹੀਂ ਕਰ ਰਹੀ ਹੈ ਜੀ, ਤੇ ਲੋਕੀ ਤਾਂ ਫਰਦਰ ਡੈਟ ਦੇ ਵਿੱਚ ਜਾ ਰਹੇ ਨੇ। ਤੇ ਉਸ ਹਿਸਾਬ ਦੇ ਨਾਲ ਮੇਰਾ ਨਹੀਂ ਖਿਆਲ ਕਿ ਇਸ ਗਵਰਨਮੈਂਟ ਨੇ ਕੋਈ ਵਾਹ ਕਿਸਮ ਦੀ ਕੋਈ ਕਾਰਕਰਦਗੀ ਦੱਸੀ ਹੈ ਕੋਵਿਡ ਦੇ ਦੌਰਾਨ। ਔਰ ਜਿਹੜੇ ਪੋਲਸ ਆ ਰਹੇ ਨੇ ਪੋਲਸ ਵਿੱਚ ਵਾਇਦੇ ਸਾਡਾ ਪ੍ਰੀਮੀਅਰ ਹੈ ਜਿਹੜਾ ਪੋਲਸ ਦੇ ਥੱਲੇ ਗਿਆ ਹੈ ਇਸ ਕੋਵਿਡ ਦੇ ਦੌਰਾਨ। ਡਗ ਫੋਰਡ ਉਹਨਾਂ ਦੇ ਨੰਬਰ ਉੱਤੇ ਜਾ ਰਹੇ ਨੇ, ਜੌਨ ਆਰਗਨ ਦੇ ਨੰਬਰ ਉੱਤੇ ਜਾ ਰਹੇ ਨੇ, ਔਰ ਪ੍ਰੀਮੀਅਰ ਕੈਨੀ ਕੋਲੋਂ ਅਲਬਰਟਾ ਦੇ ਵਿੱਚ ਇਸ ਟਾਈਮ ਪੋਲਸ ਦੇ ਵਿੱਚ ਪ੍ਰਾਈਮ ਮਿਨਿਸਟਰ ਟਰੂਡੋ ਅੱਗੇ ਹੈ। ਅੱਛਾ, ਜੇ ਇੱਥੇ ਮੈਂ ਕੰਪੈਰੀਜ਼ਨ ਦੇ ਤੌਰ ਤੇ ਸਮਝਣ ਵਾਸਤੇ ਕੋਈ ਉਦਾਹਰਨ ਦੇਖਣੀ ਹੋਵੇ ਵੀ ਮੰਨ ਲਓ ਕਿ ਕਿਉਂਕਿ ਅਸੀਂ ਕੰਪੇਅਰ ਤੇ ਤਾਂ ਹੀ ਪਤਾ ਲੱਗੇਗਾ ਨਾ ਜੈਸਨ ਕੈਨੀ ਹੋਰਾਂ ਦੀ ਐਜ਼ ਏ ਪ੍ਰੀਮੀਅਰ ਕਿੱਦਾਂ ਦੀ ਪਰਫਾਰਮੈਂਸ ਰਹੀ ਜਾਂ ਐਜ਼ ਏ ਪ੍ਰੋਵਿੰਸ਼ੀਅਲ ਗਵਰਨਮੈਂਟ ਕਿਸ ਤਰ੍ਹਾਂ ਦੀ ਪਰਫਾਰਮੈਂਸ ਰਹੀ। ਜੇ ਉਹ ਤੋਂ ਵਧੀਆ ਕਿਸੇ ਹੋਰ ਪ੍ਰੋਵਿੰਸ ਨੇ ਕੀਤਾ ਹੋਇਆ ਵੀ ਜਿਵੇਂ ਉਹਨਾਂ ਨੇ ਕੀਤਾ ਸੀ ਉੱਦਾਂ ਇਹ ਵੀ ਕਰ ਸਕਦੇ ਸੀ ਦੂਜੇ ਪ੍ਰੋਵਿੰਸ ਵਾਲੇ। ਫਰਕ ਤਾਂ ਬਹੁਤ ਸਾਰੀਆਂ ਪ੍ਰਪੋਜ਼ਲਸ ਇਹਨਾਂ ਨੂੰ ਜਿਹੜੀਆਂ ਅਸੀਂ ਦੇ ਰਹੇ ਸਨ ਜੀ, ਉਹ ਬਾਕੀ ਪ੍ਰੋਵਿੰਸਿਸ ਨੇ ਕੀਤੀਆਂ ਸਨ ਜੀ। ਜਿਹੜੀ ਸੀਨੀਅਰਸ ਖਾਲੀ ਅਲਬਰਟਾ 'ਚ ਨਹੀਂ ਹਨ, ਸੀਨੀਅਰ ਸਾਰੇ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਹੈ ਜਾਂ ontario ਹੈ। ਜਿਹੜੀ ਚੀਜ਼ਾਂ ਉੱਥੇ ਆਇਆ ਵੀ ਪਹਿਲੇ ਹੈ ਕੋਵਿਡ ਅਲਬਰਟਾ ਦੇ ਕੋਲੋਂ ਰਿਲੇਟਿਵਲੀ ਪਹਿਲੇ ਉੱਥੇ ਸ਼ੁਰੂ ਹੋ ਗਿਆ ਸੀ। ਤੇ ਜਿਹੜੀਆਂ ਇਹ ਸੁਝਾਅ ਸੀ ਇਹਨਾਂ ਨੂੰ ਦੇ ਰਹੇ ਸਾਂ ਕਿ ਕ੍ਰਾਸ ਸਟਾਫਿੰਗ ਜਿਹੜੀ ਹੈ ਉਹ ਬੰਦ ਕਰ ਦਿਓ ਕਿ ਅਗਰ ਸਟਾਫ ਇੱਕ ਜਗ੍ਹਾ ਕੰਮ ਕਰਕੇ ਦੂਸਰੇ ਸੀਨੀਅਰ ਸੈਂਟਰ 'ਚ ਜਾ ਰਿਹਾ, ਤੀਸਰੇ ਸੀਨੀਅਰ ਸੈਂਟਰ 'ਚ ਜਾ ਰਿਹਾ, ਬਿਲਕੁਲ ਆਮ ਗੱਲ ਹੈ ਕਿ ਚਾਂਸਸ ਇਹ ਹਨ ਕਿ ਯਾਰ ਉਹ ਇਨਫੈਕਸ਼ਨ ਜੀ ਵਧੇ ਸਪਰੈਡ ਹੋ ਸਕਦੀ ਹੈ। ਠੀਕ ਹੈ, ਇਸ ਤਰ੍ਹਾਂ ਦੇ ਸੀਨੀਅਰ ਦੇ ਜਿਹੜੇ ਇਨੀਸ਼ੀਏਟਿਵ ਸਨ ਬਾਕੀ ਸੂਬਿਆਂ ਨੇ ਉਹ ਲਏ ਸਨ। ਫਿਰ ਰੈਂਟ ਇਵੈਕਸ਼ਨ ਬੈਨ ਨੂੰ ਲੈ ਕੇ BC ਨੇ ਇਹਨਾਂ ਤੋਂ ਪਹਿਲੇ ਬੈਨ ਕੀਤਾ। ਇਹ ਕਾਫੀ ਲਾਸਟ ontario ਇਹ ਤਾਂ ਸਭ ਤੋਂ ਆਖਰ ਤੇ ਇਹਨਾਂ ਨੇ ਕੀਤਾ। ontario ਨੇ ਇਹਨਾਂ ਤੋਂ ਪਹਿਲੇ ਸਟੈਪ ਲਏ ਤੇ ਬਾਕੀ ਸੂਬਿਆਂ ਨੇ ਖਾਲੀ ਫੈਡਰਲ ਗਵਰਨਮੈਂਟ ਦਾ ਰਿਮੂਵ ਖੜਾ ਕਰਕੇ ਦੇਖਦੇ ਨਹੀਂ ਰਹੇ ਬਲਕਿ ਉਹਨਾਂ ਨੇ ਆਪੇ ਵੀ ਕੁਝ ਕੀਤਾ। ਇਹਨਾਂ ਦੀ ਟੋਟਲ ਪਾਲਿਸੀ ਇਹ ਰਹੀ ਹੈ ਕਿ ਫੈਡਰਲ ਗਵਰਨਮੈਂਟ ਪੈਸੇ ਦੇਵੇ ਔਰ ਇੱਥੇ ਤੱਕ ਵੀ ਕਿ ਜਿਹੜੀ ਵੇਜ ਸਬਸਿਡੀ ਸੀ ਬਿਜ਼ਨੈਸਿਸ ਦੇ ਲਈ ਉਹ ਇਹਨਾਂ ਨੇ ਆਪਣੀ ਪਾਰਟੀ ਦੇ ਲਈ ਵੀ ਲੈ ਲਈ। ਹਾਂਜੀ, ਉਹ ਵੀ ਕਾਫੀ ਚਰਚਾ ਦੇ ਵਿੱਚ ਹੈ ਕਿ ਉਹਦਾ ਵਿਰੋਧ ਵੀ ਕਰਦੇ ਰਹਿੰਦੇ ਲੇਕਿਨ ਪੈਸੇ ਵੀ ਉਹਦੇ ਕੋਲੋਂ ਹੀ ਲੈਂਦੇ। ਇਹ ਵੀ ਬੜੀ ਇੰਟਰਸਟਿੰਗ ਜੀ ਗੱਲ ਸੀ, ਪਰ ਲਿਬਰਲ ਵਾਲਿਆਂ ਨੇ ਵੀ ਲਈ ਹੈਗੀ ਆ ਤੇ ਪਰ ਅਸੀਂ ਤਾਂ ਨਹੀਂ ਲਈ। ਤੁਸੀਂ ਨਹੀਂ ਲਈ? ਅੱਛਾ, ਤੁਹਾਡੀ ਪਾਰਟੀ ਅਮੀਰ ਹੈਗੀ। ਸਾਡੀ ਪਾਰਟੀ ਅਮੀਰ ਨਹੀਂ ਹੈ ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਤੁਸੀਂ ਟੈਕਸ ਪੇਅਰ ਕੋਲੋਂ ਜ਼ਬਰਦਸਤੀ ਆਪਣੇ ਲਈ ਚੰਦਾ ਨਹੀਂ ਲਓ। ਹਾਂ, ਫਿਰ ਥੋੜਾ ਜਿਹਾ ਅਨਐਥੀਕਲ ਜਿਹਾ ਲੱਗਦਾ ਹੈਗਾ ਹੈ ਨਾ। ਔਰ ਤੁਸੀਂ ਆਪਣੀ ਕਾਰਕਰਦਗੀ ਦੱਸੋ, ਕੰਮ ਕਰੋ, ਉਹਦੇ ਬਾਅਦ ਲੋਕਾਂ ਕੋਲੋਂ ਰਿਕੁਐਸਟ ਕਰੋ ਕਿ ਤੁਸੀਂ ਸਾਨੂੰ ਫੰਡ ਦਿਓ ਬਜਾਏ ਇਸਨੇ ਕਿ ਤੁਸੀਂ ਉਹਨਾਂ ਦੇ ਟੈਕਸ ਪੇਅਰ ਦੀ ਮਨੀ ਵਿੱਚ ਹੱਥ ਪਾ ਕੇ ਤੁਸੀਂ ਲੈ ਆਪਣੀ ਪਾਰਟੀ ਦੇ ਵਾਸਤੇ ਜਿਹੜਾ ਤੁਸੀਂ ਫੰਡ ਕਰਦੇ ਰਹੋ। ਕਿਉਂਕਿ ਬੇਸਿਕਲੀ ਜਿਵੇਂ ਹੁਣ ਮੰਨ ਲਓ ਮੈਨੂੰ ਕੁਛ ਸਹੂਲਤਾਂ ਮਿਲ ਰਹੀਆਂ ਹੈਗੀਆਂ ਤੇ ਪਰ ਮੇਰੇ ਘਰ ਚਲਾਉਣ ਦਾ ਤੇ ਮੇਰੀ ਆਪਣੀ ਜ਼ਿੰਮੇਵਾਰੀ ਹੈਗੀ ਨਾ, ਮੈਂ ਕਿਸ ਤਰ੍ਹਾਂ ਚਲਾਉਣਾ ਹੈਗਾ। ਤੇ ਜੇ ਮੈਂ ਉਹ ਵੀ ਕਹਾਂ ਕਿ ਨਹੀਂ ਵੀ ਉਹ ਵੀ ਮੈਂ ਕਿਤੋਂ ਹੈ ਨਾ ਗਵਰਨਮੈਂਟ ਕੋਲੋਂ ਲੈ ਲਾਂ ਜਾਂ ਕਿ ਹੋਰ ਸੰਸਥਾ ਤੋਂ ਲੈ ਲਾਂ
ਤੇ ਉਹ ਕਾਫੀ ਅਨਐਥੀਕਲ ਜਿਹਾ ਵੀ ਹੋ ਜਾਂਦਾ ਹੈਗਾ ਤੇ ਗੈਰ ਜ਼ਿੰਮੇਵਾਰ ਵੀ ਹੋ ਜਾਂਦਾ ਹੈਗਾ ਕਿ ਆਪਾਂ ਇੰਨੀ ਰਿਸਪੌਂਸਿਬਿਲਿਟੀ ਵੀ ਆਪਣੀ ਬੰਦਿਆਂ ਦੀ ਨਹੀਂ ਚੱਕ ਸਕਦੇ ਕਿ ਪਾਰਟੀ ਵਰਕਰਸ ਨੂੰ ਵੀ ਆਪਾਂ ਜਿਹੜੀ ਤਨਖਾਹ ਦੇ ਸਕੀਏ। ਔਰ ਸਾਰੇ ਵੀ ਇਫੈਕਟਡ ਨਹੀਂ ਹੁੰਦੇ, ਕਈਆਂ ਦੇ ਕੋਲ ਪੈਸੇ ਹੁੰਦੇ ਵੀ ਹੈਗੇ, ਪਾਰਟੀ ਵਰਕਰਸ ਇੱਕ ਦੂਜੇ ਦੀ ਹੈਲਪ ਵੀ ਕਰ ਸਕਦੇ ਆ ਐਜ਼ ਏ ਗਰੁੱਪ। ਸਾਡੇ ਕੋਲ ਇਹਨਾਂ ਨੇ ਜ਼ਿਆਦਾ ਫੰਡ ਰੇਜ਼ਿੰਗ ਵੀ ਕੀਤੀ ਜੀ, ਔਰ ਇਹਨਾਂ ਨੇ ਇੱਕ ਲੂਪ ਹੋਲ ਇਹ ਯੂਜ਼ ਕੀਤਾ ਕਿ ਤੁਸੀਂ ਜਾਂ ਤੇ ਲਾਸਟ 3 ਮੰਥ ਦੀ ਇਨਕਮ ਦੱਸੋ ਤੇ ਜਾਂ ਲਾਸਟ ਈਅਰ ਦੀ ਇਨਕਮ ਉਸੀ ਮੰਥ ਦੀ। ਤੇ ਲਾਸਟ ਈਅਰ ਅਪ੍ਰੈਲ ਦੇ ਵਿੱਚ ਇਲੈਕਸ਼ਨ ਸਨ ਤੇ ਉਸ ਟਾਈਮ ਤੇ ਹਰ ਬੰਦਾ ਤੁਹਾਨੂੰ ਚੰਦਾ ਦੇ ਵੀ ਰਿਹਾ ਦੇ ਰਿਹਾ ਹੁੰਦਾ, ਉਸ ਟਾਈਮ ਤੇ ਤੁਹਾਡੀ ਫੰਡ ਰੇਜ਼ਿੰਗ ਐਵੇਂ ਵੀ ਹਾਈ ਹੁੰਦੀ। ਇਹਨਾਂ ਨੇ ਉਹਦੇ ਨਾਲ ਕੰਪੇਅਰ ਕਰਕੇ ਆਪਣੀ ਇਸ ਅਪ੍ਰੈਲ ਨੂੰ ਦੱਸ ਕੇ ਕਿ ਸਾਡੀ ਫੰਡ ਰੇਜ਼ਿੰਗ ਤੇ ਬਹੁਤ ਗਿਰ ਗਈ ਤੇ ਇਹ ਲੂਪ ਹੋਲ ਇਸਤੇਮਾਲ ਕਰਕੇ ਇਹਨਾਂ ਨੇ ਆਪਣੇ ਲਈ ਉੱਥੋਂ ਪੈਸਾ ਲਿਆ। ਸਾਡੀ ਫੰਡ ਰੇਜ਼ਿੰਗ ਕੋ ਬਹੁਤ ਅੱਛੀ ਨਹੀਂ ਹੈ ਲੇਕਿਨ ਫਿਰ ਵੀ ਲੋਕੀ ਦੇ ਰਹੇ ਨੇ। ਅੱਛਾ, ਜਿਵੇਂ ਉਹਨੇ ਲਾਸਟ ਆਪਾਂ ਕਰਦੇ ਹਾਂ, ਲੰਬੀ ਗੱਲ ਹੋ ਗਈ, ਮੈਨੂੰ ਲੱਗਦਾ ਵੀ ਆਪਾਂ ਗੱਲ ਕਰ ਰਹੀਏ ਤਾਂ ਭਾਵੇਂ 2 ਘੰਟੇ ਵੀ ਗੱਲਾਂ ਕਰ ਸਕਦੇ ਹੈਗੇ ਹਾਂ। ਤੁਹਾਨੂੰ ਵੀ ਜਿਹੜੇ ਮੁੱਦਿਆਂ ਦੀ ਜਾਣਕਾਰੀ ਹੁੰਦੀ ਹੈਗੀ ਹੈ, ਤੁਸੀਂ ਸੀਨੀਅਰ ਆਪਣੇ ਮੈਂਬਰ ਹੈਗੇ ਪਾਰਟੀ ਦੇ ਵਿੱਚ ਵੀ ਤੇ ਤੁਹਾਨੂੰ ਨੌਲੇਜ ਵੀ ਹੈਗੀ ਹੈ, ਪਰ ਫਿਰ ਵੀ ਆਪਾਂ ਥੋੜ੍ਹੀ ਇਹਨੂੰ ਵਾਈਂਡ ਅਪ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਕਿ ਕਿਸ ਤਰ੍ਹਾਂ ਹੋਰ ਬਿਹਤਰੀ ਜਿਹੜੀ ਹੈ ਹੋ ਸਕਦੀ ਹੈਗੀ ਐਜ਼ ਅਲਬਰਟਨਸ। ਸਾਰਿਆਂ ਦੀ ਆਪਾਂ ਗੱਲ ਕਰਦੇ ਹਾਂ, ਆਪਣੀ ਆਪਣੀ ਕਮਿਊਨਿਟੀ ਦੀ, ਤੇ ਹਰ ਇੱਕ ਨੂੰ ਇੰਟਰਸਟ ਹੁੰਦਾ ਵੀ ਜਿਹੜੇ ਏਰੀਏ 'ਚ ਮੈਂ ਜੇ ਦੁੱਖ ਤਕਲੀਫ ਦੇ ਵਿੱਚ ਹੈ ਉਹਨਾਂ ਨੂੰ ਜਿਹੜੀ ਹੈ ਮਦਦ ਜ਼ਰੂਰ ਪਹੁੰਚਣੀ ਚਾਹੀਦੀ ਹੈ। ਪਰ ਐਜ਼ ਏ ਹੋਲ ਆਪਾਂ ਅਲਬਰਟ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਪਾਲਿਸੀਜ਼ UCP ਤੋਂ ਤੁਸੀਂ ਐਕਸਪੈਕਟ ਕਰਦੇ ਹੈਗੇ ਹੋ ਜਾਂ NDP ਜਿਹੜੀ ਹੈ ਪ੍ਰਪੋਜ਼ ਕਰਦੇ ਪਏ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਹੈਗੀਆਂ? ਅਸੀਂ ਇਹ ਕਹਿ ਰਹੇ ਹਾਂ ਕਿ ਅਗਰ ਗਵਰਨਮੈਂਟ ਸਾਨੂੰ ਇੱਕ ਪਾਲਿਸੀ ਦੱਸਦੀ ਹੈ ਕਿ ਅਸੀਂ ਇਹ $4.7 ਬਿਲੀਅਨ ਦੀ ਬ੍ਰੇਕ ਦੇ ਸਾਂ, ਇਹਦੇ ਨਾਲ ਇੰਨੀ ਇਨਵੈਸਟਮੈਂਟ ਆਊਗੀ, ਇਹਦੇ ਨਾਲ ਇੰਨੀਆਂ ਜੌਬਾਂ ਕ੍ਰੀਏਟ ਹੋਣਗੀਆਂ। ਅਗਰ ਉਹ ਪਾਲਿਸੀ ਕੰਮ ਨਹੀਂ ਕਰ ਰਹੀ ਤੇ ਉਹਨਾਂ ਨੂੰ ਆਪਣੀ ਅਨਾਹ ਦਾ ਮਸਲਾ ਨਹੀਂ ਬਣਾਉਣਾ ਚਾਹੀਦਾ, ਮੰਨ ਲੈਣੀ ਚਾਹੀਦੀ ਉਸ ਪਾਲਿਸੀ ਨੂੰ ਰਿਵਰਸ ਕਰ ਲਓ। ਕਮ ਅਜ਼ ਕਮ ਉਸ ਦੇ ਨਾਲ ਇਹ ਹੈ ਕਿ ਤੁਹਾਡੇ ਕੋਲ $4.7 ਬਿਲੀਅਨ ਹੈ, ਐਜੂਕੇਸ਼ਨ ਫੰਡ ਕਰ ਸਕਦੇ ਹੋ, ਤੁਹਾਨੂੰ ਟੀਚਰ ਫਾਇਰ ਕਰਨ ਦੀ ਜ਼ਰੂਰਤ ਨਹੀਂ, ਤੁਹਾਨੂੰ ਪੇਰੈਂਟਸ ਦੇ ਕੋਲੋਂ ਬੱਸਾਂ ਦੇ ਫੀਸਾਂ ਚਾਰਜ ਕਰਨ ਦੀ ਜ਼ਰੂਰਤ ਨਹੀਂ, ਤੁਹਾਨੂੰ ਬਿਹਤਰ ਸਹੂਲਤਾਂ ਦੇ ਸਕਦੇ ਹੋ ਲੋਕਾਂ ਨੂੰ, ਠੀਕ ਹੈ, ਉਹ ਮੰਨ ਲਓ। ਦੂਸਰੀ ਚੀਜ਼ ਇਹ ਹੈ ਕਿ ਇਹਨਾਂ ਦਾ ਫੋਕਸ ਸਿੰਗੂਲਰਲੀ ਫੋਕਸਡ ਹੈ ਆਇਲ ਐਂਡ ਗੈਸ 'ਤੇ, ਠੀਕ ਹੈ। ਆਇਲ ਐਂਡ ਗੈਸ ਇੰਪੋਰਟੈਂਟ ਹੈ ਲੇਕਿਨ ਸਾਨੂੰ ਆਇਲ ਐਂਡ ਗੈਸ ਦੇ ਨਾਲ ਨਾਲ ਡਿਵਰਸੀਫਿਕੇਸ਼ਨ ਦੀ ਤਰਫ ਵੀ ਇਨਵੈਸਟਮੈਂਟ ਲਿਜਾਣੀ ਪਈ ਸੀ, ਠੀਕ। ਉਹਦੇ ਵਿੱਚ ਇਹ ਕਹਿ ਰਹੇ ਨੇ ਜੀ ਕਿ ਡਿਵਰਸੀਫਿਕੇਸ਼ਨ ਲੌਂਗ ਟਰਮ ਲਕਸ਼ਰੀ ਹੈ। ਗਵਰਨਮੈਂਟ ਨੂੰ ਇਹ ਚਾਹੀਦਾ ਕਿ ਉਹ ਡਿਵਰਸੀਫਿਕੇਸ਼ਨ ਨੂੰ ਆਪਣੀ ਪ੍ਰਾਇਓਰਿਟੀ ਬਣਾ ਕੇ ਉਹਦੇ ਵਿੱਚ ਇਨਵੈਸਟਮੈਂਟ ਕਰੇ। ਤੀਸਰੀ ਚੀਜ਼ ਇਹ ਹੈ ਕਿ ਜਿਹੜੇ ਯੂਨੀਵਰਸਿਟੀ, ਕਾਲਜਿਸ, ਸਕੂਲਸ, ਇਹਦੇ ਵਿੱਚ ਸਾਡੀ ਯੂਥ ਜਾਂਦੀ ਔਰ ਸਾਡਾ ਜਿਹੜਾ ਫਿਊਚਰ ਹੋਵੇ ਨਾ ਉਹ ਡਿਪੈਂਡ ਕਰਦਾ ਕਿ ਅਸੀਂ ਡਾਕਟਰਸ ਕਿੰਨੇ ਅੱਛੇ ਪੈਦਾ ਕਰਦੇ ਹਾਂ, ਅਸੀਂ ਇੰਜੀਨੀਅਰ ਕਿੰਨੇ ਅੱਛੇ, ਸਾਇੰਟਿਸਟ ਕਿੰਨੇ ਅੱਛੇ ਪੈਦਾ ਕਰ ਸਕਦੇ ਹਾਂ। ਉਹ ਸਾਰੀ ਇਨਵੈਸਟਮੈਂਟ ਨੂੰ ਫਰੰਟ ਐਂਡ 'ਤੇ ਸਕੂਲਾਂ ਵਿੱਚ, ਯੂਨੀਵਰਸਿਟੀਆਂ 'ਚ ਕਰਨੀ ਪਊਗੀ। ਇਹ ਸਕੂਲਾਂ ਦੇ ਵਿੱਚੋਂ ਵੀ ਕੱਟ ਰਹੇ ਨੇ ਔਰ ਯੂਨੀਵਰਸਿਟੀਆਂ ਦੀਆਂ ਫੀਸਾਂ ਵੀ ਇਹਨਾਂ ਨੇ ਬਹੁਤ ਜ਼ਿਆਦਾ ਵਧਾ ਵੀ ਦਿੱਤੀਆਂ ਕਿ ਆਮ ਆਦਮੀ ਦੀ ਅਪਰੋਚ ਤੋਂ ਯੂਨੀਵਰਸਿਟੀ ਬਾਹਰ ਕਰ ਦਿੱਤੀ ਅਤੇ ਯੂਨੀਵਰਸਿਟੀ ਦੇ ਵਿੱਚ ਇਨਵੈਸਟਮੈਂਟ ਕਰਨ ਦੀ ਜ਼ਰੂਰਤ ਹੈ। ਸਾਡੇ ਜਿਹੜੀ ਲਾਸਟ ਬਜਟ ਸਨ ਉਹਨਾਂ ਵਿੱਚ ਅਸੀਂ 3000 ਜਿਹੜੀਆਂ ਸਪੇਸਿਸ ਸਨ ਟੈਕ ਦੇ ਵਿੱਚ ਅਨਾਊਂਸ ਕੀਤੀਆਂ ਸਨ ਕਿ ਸਿਰਫ ਟੈਕਨੋਲੋਜੀ ਦੇ ਰਿਲੇਟਡ ਸਪੇਸਿਸ ਯੂਨੀਵਰਸਿਟੀ ਦੇ ਵਿੱਚ ਕ੍ਰੀਏਟ ਵੀ ਕੀਤੀਆਂ ਜਾਣ, ਉਹਨਾਂ ਨੂੰ ਫੰਡ ਕੀਤਾ ਜਾਵੇ ਤਾਂ ਕਿ ਇੱਥੇ ਜਦੀਦ ਇਨਫੋਟੈਕ ਇੰਡਸਟਰੀ ਉਹਨੂੰ ਅਟਰੈਕਟ ਕੀਤਾ ਜਾ ਸਕੇ। ਠੀਕ ਹੈ ਜੀ। ਅਤੇ ਦੇਖੋ ਹੁਣ ਅੱਗੋਂ ਕਿਉਂਕਿ ਗੱਲ ਤਾਂ ਉਹੀ ਆਉਂਦੀ ਜਦੋਂ ਦਾ COVID-19 ਥੋੜ੍ਹਾ ਜਿਹਾ ਘਟਿਆ ਹੈਗਾ ਅਤੇ ਫਿਰ ਜਿਹੜਾ UCP ਗੌਰਮੈਂਟ ਦਾ ਟਾਰਗੇਟ ਫੈਡਰਲ ਗੌਰਮੈਂਟ ਦੇ ਵਿੱਚ ਹੋ ਗਿਆ, ਉੱਦਾਂ ਦੀਆਂ ਗੱਲਾਂ ਬਾਤਾਂ ਚੱਲਣ ਲੱਗ ਪਈਆਂ ਹੈਗੀਆਂ, ਪਰ ਔਨ ਗਰਾਊਂਡ ਜਿਹੜਾ ਹੈਗਾ ਵੀ ਬਹੁਤਾ ਨਜ਼ਰ ਨਹੀਂ ਆ ਰਿਹਾ। ਅਤੇ ਆਪਾਂ ਜਿਹੜੇ UCP ਦੇ ਸਾਡੇ MLA ਹੈਗੇ ਨੇ ਉਹਨਾਂ ਨੂੰ ਵੀ ਬੁਲਾ ਕੇ ਉਹਨਾਂ ਦੇ ਨਾਲ ਵੀ ਜਾਣਕਾਰੀ ਲਵਾਂਗੇ ਕਿ ਉਹਨਾਂ ਦਾ ਵਿਊ ਇਸ ਸਾਰੇ ਮੁੱਦਿਆਂ ਦੇ ਉੱਤੇ ਕੀ ਹੈਗਾ, ਤਾਂ ਕਿ ਜਿਹੜੀ ਕਮਿਊਨਿਟੀ ਹੈਗੀ ਆ ਜਾਂ ਜਿਹੜੇ ਸਾਡੇ ਦਰਸ਼ਕ ਨੇ ਸੁਣਨ ਵਾਲੇ ਉਹਨਾਂ ਨੂੰ ਡਿਸੀਜ਼ਨ ਲੈਣ ਲੱਗਿਆ ਜਿਹੜਾ ਸੌਖ ਹੋ ਜਾਏ, ਸਮਝਣ ਲੱਗਿਆ ਸੌਖ ਹੋ ਜਾਏ ਵੀ ਕਿਹੜੀ ਪਾਰਟੀ ਜਾਂ ਕਿਹੜਾ ਜਿਹੜੀ ਧਿਰ ਜਿਹੜੀ ਹੈ ਵਧੀਆ ਅਲਬਰਟਾ ਦੇ ਵਾਸਤੇ ਸੋਚਦੀ ਹੈਗੀ ਆ। ਅਤੇ ਇਰਫਾਨ ਸਾਹਿਬ ਤੁਸੀਂ ਆਏ ਅਤੇ ਸਮਾਂ ਕੱਢਿਆ ਤੁਸੀਂ ਕਾਫੀ ਲੰਬੇ ਟਾਈਮ ਬਾਅਦ, ਅਤੇ ਆਉਂਦੇ ਰਿਹਾ ਕਰੋ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿਣ, ਅਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸਤਿੰਦਰ ਭਾਜੀ। ਅਤੇ ਸੁਣਨੇ ਵਾਲਿਆਂ ਦੇ ਲਈ ਕੋਈ ਵੀ ਮੇਰੇ ਆਫਿਸ ਤੱਕ ਹੈ ਅਤੇ ਜ਼ਰੂਰ ਮੈਨੂੰ 403-216-5424 ਜਾਂ calgary.mccall
info@assembly.ab.ca ਤੇ ਤੁਸੀਂ ਮੈਨੂੰ ਰਾਬਤਾ ਕਰ ਸਕਦੇ ਹੋ। ਬਹੁਤ ਸ਼ੁਕਰੀਆ। ਧੰਨਵਾਦ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।